ਸਤਿ ਸ਼੍ਰੀ ਅਕਾਲ ਜੀ। ਸਿਹਤ ਸੁਧਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਇੱਕ ਪਿਛਲੀ ਵੀਡੀਓ ਜਿਹੜੀ ਬਣਾਈ ਸੀ ਕਰੋਨਾ ਵਾਇਰਸ ਨੂੰ ਲੈ ਕੇ, ਤੁਸੀਂ ਬੇਹੱਦ ਪਸੰਦ ਕੀਤੀ। ਇੱਕ ਵਾਰ ਫੇਰ ਹਾਜ਼ਰ ਹੋਇਆ ਡਾਕਟਰ ਬਿੰਦੂ ਗੁਪਤਾ ਕੋਲ। ਬੜੇ ਵਿਸਥਾਰ ਦੇ ਨਾਲ ਦੱਸਦੇ ਨੇ ਤੇ ਬੜੇ ਹੀ ਦੇਸੀ ਢੰਗ ਨਾਲ ਦੱਸਦੇ ਨੇ, ਜਿਹੜੀ ਕਿ ਆਮ ਬੰਦੇ ਨੂੰ ਭਾਸ਼ਾ ਜਿਹੜੀ ਸਮਝ ਆਉਂਦੀ ਹੈ। ਇਸੇ ਕਰਕੇ ਸਾਨੂੰ ਮਜਬੂਰ ਹੋਣਾ ਪਿਆ ਇੱਕ ਵਾਰ ਫੇਰ ਇਹਨਾਂ ਕੋਲ ਹਾਜ਼ਰ ਹੋਣ ਲਈ। ਡਾਕਟਰ ਸਾਹਿਬ ਕੋਲ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਛਾਤੀ ਦੀਆਂ ਬਿਮਾਰੀਆਂ ਦੇ ਸੰਬੰਧ ਵਿੱਚ। ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਐਲਰਜੀ ਹੈ। ਜਣਾ ਖਣਾ ਅੱਜ ਛਿੱਕਾਂ ਮਾਰਦਾ ਤੁਰਿਆ ਫਿਰਦਾ, ਜਣਾ ਖਣਾ ਅੱਜ ਖਾਰਿਸ਼ ਕਰਦਾ ਤੁਰਿਆ ਫਿਰਦਾ। ਜਣੇ ਖਣੇ ਨੂੰ ਇਸ ਪ੍ਰੋਬਲਮ ਦੇ ਕਰਕੇ ਜਿਹੜਾ ਉਹ ਰੋਜ਼ ਕੋਈ ਨਾ ਕੋਈ ਦਵਾਈ ਲੈਣੀ ਪੈਂਦੀ ਹੈ। ਕਾਰਨ ਇਹਦਾ ਕੀ ਹੈ? ਵਾਤਾਵਰਨ ਦਾ ਕਾਰਨ ਹੈ ਹੀ ਹੈ, ਕੁਝ ਹੋਰ ਵੀ ਕਾਰਨ ਹੈਗੇ ਨੇ। ਇਹ ਆਪਾਂ ਡਾਕਟਰ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਕਸਰ ਇਹ ਕਿਹਾ ਜਾਂਦਾ ਹੈ ਕਿ ਐਲਰਜੀ ਰੱਬ ਦੀ ਮਰਜ਼ੀ, ਕੀ ਵਾਕਈ ਸੱਚ ਹੈ? ਡਾਕਟਰ ਸਾਹਿਬ ਤੁਹਾਡਾ ਸਿਹਤ ਸੁਧਾਰ 'ਚ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ, ਐਲਰਜੀ ਰੱਬ ਦੀ ਮਰਜ਼ੀ, ਕੀ ਸੱਚ ਹੈ ਜੀ ਇਹ? ਦੇਖੋ, ਇਹ ਗੱਲ ਨਾ ਜਦੋਂ ਅਸੀਂ ਮੈਂ ਆਪਣੀ ਐਮਡੀ ਕਰ ਰਹੀ ਸੀ, ਸਾਡੇ ਬੌਸ ਵੀ ਕਹਿੰਦੇ ਹੁੰਦੇ ਸੀ ਕਿ ਐਲਰਜੀ ਅੱਲਾ ਦੀ ਮਰਜ਼ੀ ਹੈ ਨਾ। ਕੁਝ ਹੱਦ ਤੱਕ ਸੱਚ ਹੈ, ਕਿਉਂਕਿ ਐਲਰਜੀ ਇੱਕ ਇੱਦਾਂ ਦੀ ਚੀਜ਼ ਹੈ, ਕਿਸੇ ਵੀ ਏਜ ਗਰੁੱਪ ਨੂੰ ਹੋ ਸਕਦੀ ਹੈ। ਕਈਆਂ ਦੀ ਫੈਮਿਲੀ 'ਚ ਹੁੰਦੀ ਹੈ, ਜਿੱਦਾਂ ਤਾਂ ਉਹ ਬੱਚਿਆਂ ਨੂੰ ਵੀ ਹੋ ਜਾਂਦੀ ਹੈ ਔਰ ਵਿਦ ਏਜ ਕਈ ਵਾਰੀ ਠੀਕ ਵੀ ਹੋ ਜਾਂਦੀ ਹੈ। ਜਾਂ ਤੁਹਾਡੀ ਮੇਰੀ ਏਜ, ਸਾਡੀ ਏਜ 'ਚ ਵੀ ਹੋ ਸਕਦੀ ਹੈ, ਬਜ਼ੁਰਗਾਂ ਵਾਲੀ ਏਜ 'ਚ ਵੀ ਹੋ ਸਕਦੀ ਹੈ। ਕਿਸੇ ਵੀ ਏਜ 'ਚ ਕਿਸੇ ਵੀ ਵਿਅਕਤੀ ਨੂੰ ਐਲਰਜੀ ਹੋ ਸਕਦੀ ਹੈ। ਦੂਜੀ ਗੱਲ, ਐਲਰਜੀ ਕੀ ਹੈ? ਜਾਂ ਤਾਂ ਕਈਆਂ ਨੂੰ ਜਿਵੇਂ ਅੱਖਾਂ ਲਾਲ ਹੋ ਗਈਆਂ, ਅੱਖਾਂ 'ਚ ਖਾਰਿਸ਼ ਹੋਣੀ, ਅੱਖਾਂ ਦੀ ਐਲਰਜੀ, ਜਾਂ ਸਕਿਨ 'ਤੇ ਧੱਫੜ ਪੈ ਗਏ, ਜਾਂ ਖਾਰਿਸ਼ ਹੋਣੀ ਸ਼ੁਰੂ ਹੋ ਗਈ, ਜਾਂ ਕਈਆਂ ਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਹੈ, ਜ਼ੁਕਾਮ ਬਾਰ-ਬਾਰ ਲੱਗਦਾ ਹੈ, ਕਿਸੇ ਵੀ ਪਰਟੀਕੂਲਰ ਇਨਵਾਇਰਮੈਂਟ 'ਚ ਜਾਣ ਤਾਂ ਸਡਨਲੀ ਛਿੱਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਜਾਂ ਕਈ ਮਰੀਜ਼ਾਂ ਨੂੰ ਸਾਹ ਦੀ ਦਿੱਕਤ ਹੁੰਦੀ ਹੈ। ਜਾਂ ਮੌਸਮ ਬਦਲਦਾ ਉਦੋਂ। ਦੇਖੋ, ਐਲਰਜੀ ਦੇ ਬਹੁਤ ਸਾਰੇ ਕਾਰਨ ਨੇ, ਹੈ ਨਾ। ਉਹ ਡਿਪੈਂਡ ਕਰਦਾ ਹੈ ਕਿ ਕਿਸੇ ਨੂੰ ਪੂਰਾ ਸਾਲ ਐਲਰਜੀ ਰਹਿੰਦੀ ਹੈ ਜਾਂ ਕਿਸੇ ਨੂੰ ਮੌਸਮ ਬਦਲਣ 'ਤੇ। ਮੋਸਟ ਲਾਈਕਲੀ ਜਿਹੜੀ ਮੌਸਮ ਬਦਲਣ ਵਾਲੀ ਐਲਰਜੀ ਹੁੰਦੀ ਹੈ ਉਹ ਹੁੰਦੀ ਹੈ ਸਾਨੂੰ, ਜਿਹਨੂੰ ਆਪਾਂ ਕਹਿੰਦੇ ਹਾਂ ਪੋਲਨਸ, ਕਿ ਕੁਛ ਪਰਟੀਕੂਲਰ ਫੁੱਲਾਂ ਦੇ ਜਾਂ ਪੌਦਿਆਂ ਦੇ ਜਿਹੜੇ ਕਣ ਹੁੰਦੇ ਨੇ ਉਹ ਐਲਰਜੀ ਪੈਦਾ ਕਰਦੇ ਆ ਸਾਡੇ ਅੰਦਰ। ਕਿਸੇ ਦੀ ਬਾਡੀ ਉਹਦੇ ਲਈ ਜ਼ਿਆਦਾ ਸੈਂਸਿਟਿਵ ਹੁੰਦੀ ਹੈ। ਜਾਂ ਅਗਰ ਨਾਰਮਲ ਅਗਰ ਕਹੀਏ, ਜਿਨ੍ਹਾਂ ਨੂੰ ਸਾਰਾ ਸਾਲ ਪ੍ਰੋਬਲਮ ਰਹਿੰਦੀ ਹੈ, ਉਹਨਾਂ 'ਚ ਜ਼ਿਆਦਾ ਕਾਮਨ ਹੈ ਹਾਊਸ ਡਸਟ ਮਾਈਟ। ਸਾਡੇ ਨਾ ਜਿਹੜਾ ਸਾਡਾ ਬੈੱਡ ਦਾ ਗੱਦਾ ਹੈ ਜਾਂ ਸਾਡੇ ਕਰਟਨਸ ਨੇ ਜਾਂ ਪਿੱਲੋਜ਼ ਹੈ, ਉਹਨਾਂ 'ਚ ਛੋਟੇ-ਛੋਟੇ ਇਹਨਾਂ 'ਚ ਛੋਟੇ-ਛੋਟੇ ਕਣ ਹੁੰਦੇ ਆ, ਹੈ ਨਾ, ਜਿਨ੍ਹਾਂ ਨੂੰ ਅਸੀਂ ਮਾਈਟਸ ਕਹਿੰਦੇ ਆ। ਤੇ ਉਹ ਜਿਨ੍ਹਾਂ ਨੂੰ ਉਸ ਤੋਂ ਐਲਰਜੀ ਹੁੰਦੀ ਹੈ, ਤਾਂ ਤੁਸੀਂ ਪਰਟੀਕੂਲਰਲੀ ਸੁਣਿਆ ਹੋਣਾ, ਲੋਕੀ ਕਹਿੰਦੇ ਵੀ ਜਦੋਂ ਸਵੇਰ ਉੱਠਦੇ ਆ ਉਦੋਂ ਛਿੱਕਾਂ ਜ਼ਿਆਦਾ ਲੱਗਦੀਆਂ, ਨੱਕ ਬੰਦ ਹੋਇਆ ਰਹਿੰਦਾ, ਛਿੱਕਾਂ। ਉਹ ਕਿਉਂ ਹੁੰਦਾ? ਕਿਉਂਕਿ ਅਸੀਂ ਪੂਰੀ ਰਾਤ ਆਪਣੇ ਬੈੱਡ ਦੇ ਐਕਸਪੋਜ਼ਰ 'ਚ ਰਹੇ, ਆਪਣੇ ਪਿੱਲੋ ਦੇ ਐਕਸਪੋਜ਼ਰ 'ਚ ਰਹੇ, ਪੂਰੀ ਰਾਤ ਸਾਨੂੰ ਐਕਸਪੋਜ਼ਰ ਹੋਇਆ, ਤਾਂ ਸਵੇਰ ਜਾ ਕੇ ਪ੍ਰੋਬਲਮ ਜ਼ਿਆਦਾ ਹੋਈ। ਫਿਰ ਇਹਦਾ ਮਤਲਬ ਇਹ ਹੈ ਕਿ ਜਿਹਨੂੰ ਇਹ ਪ੍ਰੋਬਲਮ ਹੈ ਬੈੱਡ ਤੇ ਗੱਦੇ ਤੇ ਸਾਰਾ ਕੁਝ ਚੁੱਕ ਕੇ ਬਾਹਰ ਸੁੱਟਦੇ ਤੇ ਦੂਜੇ ਲਵੇ। ਇਹਦੇ ਲਈ ਦੇਖੋ, ਹੁਣ ਚੀਜ਼ਾਂ ਬੜੀਆਂ ਐਡਵਾਂਸ ਹੋ ਗਈਆਂ। ਹੁਣ ਉਹ ਗੱਲ ਨਹੀਂ ਰਹੀ ਕਿ ਪਹਿਲਾਂ ਸਾਨੂੰ ਲੱਗਦਾ ਸੀ ਵੀ ਕੋਈ ਇਲਾਜ ਹੈ ਨਹੀਂ। ਹੁਣ ਬਹੁਤ ਕੁਛ ਆ ਗਿਆ। ਹੁਣ ਤਾਂ ਇਮਿਊਨੋਥੈਰੇਪੀ ਵੀ ਆਉਂਦੀ ਹੈ, ਜਿਹਦੇ 'ਚ ਅਸੀਂ ਬਾਡੀ ਨੂੰ ਡੀਸੈਂਸਿਟਾਈਜ਼ ਕਰਦੇ ਹਾਂ ਜਿਸ ਚੀਜ਼ ਤੋਂ ਐਲਰਜੀ ਹੁੰਦੀ ਹੈ। ਪਹਿਲਾਂ ਆਪਾਂ ਇਹਨਾਂ ਪੇਸ਼ੈਂਟਸ ਦਾ ਐਲਰਜੀ ਟੈਸਟ ਕਰਦੇ ਹਾਂ, ਜਿਨ੍ਹਾਂ 'ਚ ਆਪਾਂ ਨੂੰ ਪਤਾ ਚੱਲਦਾ ਕਿ ਕਿਹੜੀ ਪਰਟੀਕੂਲਰ ਚੀਜ਼ ਤੋਂ ਪੇਸ਼ੈਂਟ ਨੂੰ ਐਲਰਜੀ ਹੈ। ਉਸ ਤੋਂ ਬਾਅਦ ਅਗਰ ਹਾਊਸ ਡਸਟ ਮਾਈਟ ਤੋਂ ਹੈ ਤਾਂ ਸਪੈਸੀਫਿਕ ਗੱਦਿਆਂ ਲਈ ਕਵਰਸ ਆਉਂਦੇ ਹੈ ਨਾ, ਜਿਨ੍ਹਾਂ ਨੂੰ ਅਸੀਂ ਐਲਰਗੋ ਕਵਰਸ ਕਹਿੰਦੇ ਹਾਂ। ਉਹਨਾਂ ਦੇ ਪੋਰ ਸਾਈਜ਼ ਇੰਨਾ ਛੋਟਾ ਹੁੰਦਾ ਹੈ ਕਿ ਉਹ ਮਾਈਟ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ, ਹੈ ਨਾ, ਇਸ ਲਈ। ਅੱਛਾ, ਦੂਜਾ, ਅਗਰ ਅਸੀਂ ਉਹ ਥੋੜੇ ਕਾਸਟਲੀ ਹੁੰਦੇ ਆ, ਹਰ ਪੇਸ਼ੈਂਟ ਅਫੋਰਡ ਨਹੀਂ ਕਰਦਾ। ਕਿੰਨੇ ਕੁ ਦੇ ਹੁੰਦੇ ਨੇ ਆਈਡੀਆ? ਉਹ ਸਿਰ ਦੇਖੋ, ਉਹ ਅਗਰ ਸਿੰਗਲ ਕਵਰ ਲੈਣਾ ਤਾਂ ਅਰਾਊਂਡ 8-9,000 ਦਾ ਇੱਕ ਕਵਰ ਹੁੰਦਾ। ਹਾਂ, ਹੈ ਨਾ। ਇੱਦਾਂ ਹੀ ਪਿੱਲੋ ਕਵਰਸ, ਉਹਨਾਂ ਦੀ ਆਪਣੀ ਕਾਸਟ ਹੈ, ਤਾਂ ਡੈਫੀਨੇਟਲੀ ਥੋੜੇ ਕਾਸਟਲੀ ਹੈ। ਲੇਕਿਨ ਅਗਰ ਅਸੀਂ ਰੂਟੀਨ 'ਚ ਕਹਿਣਾ ਹੋਏ ਕਿ ਅਸੀਂ ਕੀ ਪ੍ਰੀਕਾਸ਼ਨਸ ਹੈ ਜਿਹੜੀਆਂ ਵਰਤ ਸਕਦੇ ਹਾਂ ਜਿਹਦੇ ਨਾਲ ਥੋੜ੍ਹਾ ਉਹਨੂੰ ਘਟਾ ਸਕਦੇ ਹਾਂ, ਤਾਂ ਇਹੀ ਹੈ ਕਿ ਫਰੀਕੁਐਂਟਲੀ ਗੱਦਿਆਂ ਨੂੰ ਧੁੱਪ ਲਗਵਾਓ। ਜਿਹੜੀ ਬੈੱਡ ਸ਼ੀਟ ਹੈ ਜਾਂ ਗੱਦਿਆਂ ਦੇ ਕਵਰਸ ਹੈ, ਉਹਨਾਂ ਨੂੰ ਫਰੀਕੁਐਂਟਲੀ ਵਾਸ਼ ਕਰੋ। ਅਤੇ ਸਾਡੇ ਐਲਰਜੀ ਵਾਲੇ ਪੇਸ਼ੈਂਟ ਦੇ ਕਮਰੇ 'ਚ ਕੋਈ ਵੀ ਸੌਫਟ ਟੋਏ ਨਹੀਂ ਹੋਣਾ ਚਾਹੀਦਾ, ਕੋਈ ਵੀ ਉਹਨਾਂ ਦੇ ਕਮਰੇ 'ਚ ਮੈਟ ਨਹੀਂ ਹੋਣਾ ਚਾਹੀਦਾ, ਜਾਂ ਈਵਨ ਜਿਹੜੇ ਕਰਟਨਸ ਵੀ ਅਸੀਂ ਲਗਾਉਂਦੇ ਹਾਂ ਉਹ ਵੀ ਬਹੁਤ ਹੈਵੀ ਨਹੀਂ ਹੋਣੇ ਚਾਹੀਦੇ ਜਿਹਦੇ 'ਚ ਡਸਟ ਮਾਈਟ ਬੈਠਦੇ ਆ। ਉਹ ਥੋੜ੍ਹੇ ਜਿਹੇ ਸਿੰਥੈਟਿਕ ਮਟੀਰੀਅਲ ਦੇ ਹੋਣ ਜਿਹਦੇ 'ਚ ਡਸਟ ਮਾਈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹ ਕੁਛ ਪ੍ਰੀਕਾਸ਼ਨਸ ਹੈ ਜਿਹੜੀਆਂ ਅਸੀਂ ਯੂਜ਼ ਕਰ ਸਕਦੇ ਹਾਂ। ਜਾਂ ਜਿਨ੍ਹਾਂ ਨੂੰ ਪੋਲਨਸ ਤੋਂ ਐਲਰਜੀ ਹੈ, ਉਹ ਪਰਟੀਕੂਲਰਲੀ ਕੁਝ ਪਰਟੀਕੂਲਰ ਪੋਲਨਸ ਕੁਝ ਪਰਟੀਕੂਲਰ ਏਰੀਆਜ਼ 'ਚ ਹੁੰਦੇ ਹੈ ਅਤੇ ਕੁਝ ਪਰਟੀਕੂਲਰ ਸੀਜ਼ਨ 'ਚ ਹੁੰਦੇ ਹੈ। ਜਿਵੇਂ ਕਈ ਚੇਂਜਿੰਗ ਵੈਦਰ, ਆਪਣਾ ਮਾਰਚ ਤੋਂ ਮਈ ਵਾਲਾ ਜਿਹੜਾ ਟਾਈਮ ਹੁੰਦਾ, ਉਹਨਾਂ ਟਾਈਮ 'ਚ ਕਈ ਪੋਲਨਸ ਜ਼ਿਆਦਾ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਟਾਈਮ 'ਚ ਦਿੱਕਤ ਜ਼ਿਆਦਾ ਆਉਂਦੀ ਹੈ। ਮੈਂ ਡਾਕਟਰ ਸਾਹਿਬ ਤੋਂ ਰੋਕ ਰਿਹਾ,
ਪੋਲਨ ਮੈਨੂੰ ਲੱਗਦਾ ਕਿਸ ਜ਼ਿਆਦਾ ਨੂੰ ਸਮਝ ਨਹੀਂ ਆਈ ਹੋਣੀ, ਥੋੜਾ ਸਮਝਾ। ਪੋਲਨ ਜਿਹੜੇ ਅਸੀਂ ਪੰਜਾਬੀ ਚ ਜਿਨ੍ਹਾਂ ਨੂੰ ਪਰਾਗ ਕਹਿੰਦੇ ਆ, ਹੈ ਨਾ, ਜਿਹੜੇ ਫੁੱਲਾਂ ਦੇ ਪਰਾਗ ਕਣ ਹੁੰਦੇ ਨੇ ਬੇਸਿਕਲੀ। ਜਦੋਂ ਆਪਾਂ ਕਹਿੰਦੇ ਨੇ ਕਿ ਹੁਣ ਬਸੰਤ ਆ ਗਈ ਜਾਂ ਬਹਾਰ ਹੋ ਗਈ, ਉਦੋਂ ਹਵਾ ਚੱਲਦੀ ਹੈ ਤਾਂ ਉਹਦੇ ਨਾਲ ਜਿਹੜੇ ਪੋਲਨਸ ਨੇ ਇੱਧਰ ਉੱਧਰ ਸਪਰੈਡ ਹੁੰਦੇ ਹੈ ਨਾ, ਉਹਨਾਂ ਮੌਸਮ 'ਚ ਹੀ ਲੋਕਾਂ ਨੂੰ ਐਲਰਜੀ ਦੀ ਪ੍ਰੋਬਲਮ ਆਉਂਦੀ ਹੈ। ਮੌਸਮ ਜਦੋਂ ਵੀ ਚੇਂਜ ਹੁੰਦਾ ਹੈ ਨਾ, ਕਿਉਂਕਿ ਉਦੋਂ ਹੀ ਅਗਰ ਮੌਸਮ, ਇਹ ਨੇਚਰ ਨੇ ਇਦਾਂ ਹੀ ਬਣਾਇਆ ਕਿ ਮੌਸਮ ਚੇਂਜ ਕਿਸੇ ਪਾਰਟਿਕੂਲਰ ਰੀਜ਼ਨ ਲਈ ਹੀ ਹੋ ਰਿਹਾ ਹੈ ਨਾ, ਕਿਸੇ ਪਾਰਟਿਕੂਲਰ ਰੱਬ ਦੀ ਜਿਹੜੀ ਚੀਜ਼ ਹੈ, ਉਹ ਨੇਚਰ ਹੈ, ਉਹਨੂੰ ਕਿਸੇ ਪਾਰਟਿਕੂਲਰ এনवायरमेंट ਦੀ ਲੋੜ ਹੈ ਜਿਹਦੇ ਕਰਕੇ ਚੇਂਜ ਹੋ ਰਿਹਾ। ਤਾਂ ਉਹਨੂੰ ਕਈ ਸੀਜ਼ਨ ਜਦੋਂ ਫੁੱਲ ਜ਼ਿਆਦਾ ਗਰੋ ਕਰ ਰਹੇ ਹੈ ਤਾਂ ਉਸ ਟਾਈਮ ਤੇ ਪੇਸ਼ੈਂਟਸ ਨੂੰ ਪ੍ਰੋਬਲਮ ਜ਼ਿਆਦਾ ਆਉਂਦੀ ਹੈ। ਜਾਂ ਕਈ ਪੇਸ਼ੈਂਟਸ ਕਹਿੰਦੇ ਕਿ ਜਦੋਂ ਵਾਢੀ ਦਾ ਸੀਜ਼ਨ ਹੁੰਦਾ ਹੈ ਉਹਨਾਂ ਦਿਨਾਂ 'ਚ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ, ਬਿਲਕੁਲ, ਤਾਂ ਉਹਨਾਂ ਨੂੰ ਉਸ ਡਸਟ ਤੋਂ ਐਲਰਜੀ ਹੁੰਦੀ ਹੈ ਪਾਰਟਿਕੂਲਰਲੀ। ਹੁਣ ਇਹਦੇ ਬਾਰੇ ਬਹੁਤ ਸਾਰੀਆਂ ਮਿਥਸ ਹੈ ਨਾ, ਕਈ ਪੇਸ਼ੈਂਟਸ ਨੂੰ ਲੱਗਦਾ ਵੀ ਇਹਦਾ ਕੋਈ ਇਲਾਜ ਹੈ ਨਹੀਂ ਤਾਂ ਨਹੀਂ ਕਰਾਉਣਾ। ਬੇਸਿਕਲੀ ਸਪੈਸ਼ਲੀ ਅਸਥਮਾ ਨੂੰ ਲੈ ਕੇ, ਜਿਹੜਾ ਐਲਰਜੀ ਕਰਕੇ ਅਸਥਮਾ ਹੁੰਦਾ ਉਹਦੇ ਲਈ ਐਲਰਜੀ ਦੀ ਅਗਲੀ ਸਟੇਜ ਜਿਹੜੀ ਹੈ ਅਸਥਮਾ ਹੈ। ਬਿਲਕੁਲ, ਦਰਸ਼ਕਾਂ ਨੂੰ ਦੱਸ ਦਈਏ ਕਿ ਐਲਰਜੀ ਨੂੰ ਜਿਹੜਾ ਸੀਰੀਅਸ ਲਓ, ਕਿਤੇ ਇਹ ਨਾ ਹੋਵੇ ਕਿ ਅੱਗੇ ਚੱਲ ਕੇ ਅਸਥਮਾ ਹੋਵੇ। ਅਸਥਮਾ ਤੋਂ ਅਗਲੀ ਵੀ ਸਟੇਜ ਜਿਹੜੀ ਹੈ ਉਹ ਖਤਰਨਾਕ ਹੈ, ਡਾਕਟਰ ਸਾਹਿਬ ਤੋਂ ਜਾਣਦੇ ਆਪਾਂ। ਦੇਖੋ, ਅਸਥਮਾ ਹੁਣ ਕਈ ਪੇਸ਼ੈਂਟਸ ਨੂੰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਲਰਜੀ ਅਲੱਗ-ਅਲੱਗ ਅੰਗਾਂ ਤੇ ਇਫੈਕਟ ਕਰ ਸਕਦੀ ਹੈ, ਜਾਂ ਤਾਂ ਅੱਖਾਂ ਦੀ ਐਲਰਜੀ ਜਾਂ ਨੱਕ ਦੀ ਐਲਰਜੀ। ਕਈ ਪੇਸ਼ੈਂਟਸ ਨੂੰ ਨੱਕ ਦੀ ਐਲਰਜੀ ਬਹੁਤ ਸੀਵੀਅਰ ਹੁੰਦੀ ਹੈ ਨਾ, ਕਿ ਛਿੱਕਾਂ ਆਈ ਜਾਣੀਆਂ ਜਾਂ ਨੱਕ ਬੰਦ ਰਹਿਣਾ। ਲੇਕਿਨ ਕਈਆਂ ਨੂੰ ਨੱਕ ਤੋਂ ਬਾਅਦ ਫਿਰ ਫੇਫੜੇ ਇਨਵੋਲਵ ਹੋਣਾ ਸ਼ੁਰੂ ਹੋ ਜਾਂਦੇ ਨੇ। ਉਹਦੇ 'ਚ ਬੇਸਿਕਲੀ ਕੀ ਹੁੰਦਾ ਹੈ ਕਿ ਸਾਡੀ ਸਾਹ ਵਾਲੀ ਨਾਲੀ ਜੋ ਹੈ ਉਹ ਸੁੰਗੜ ਜਾਂਦੀ ਹੈ, ਜਿਹਦੇ ਨਾਲ ਸਾਹ ਅੰਦਰ ਲੈਣਾ ਵੀ ਔਖਾ ਹੈ ਤੇ ਸਾਹ ਬਾਹਰ ਕੱਢਣਾ ਵੀ ਔਖਾ ਹੈ ਨਾ। ਉਹਦੇ ਕਰਕੇ ਕਈ ਵਾਰੀ ਸਾਨੂੰ ਛਾਤੀ 'ਚੋਂ ਸੀਟੀਆਂ ਦੀਆਂ ਆਵਾਜ਼ਾਂ ਆਉਣਾ, ਇਹ ਬੜਾ ਕਾਮਨ ਸਿੰਪਟਮ ਹੈ ਕਿ ਜਿਵੇਂ ਬੱਚਿਆਂ ਦੇ ਵੀ ਪੈਰੈਂਟਸ ਆ ਕੇ ਕਹਿੰਦੇ ਜਿਹਦੀ ਛਾਤੀ ਛਾਂ ਕਰਦੀ ਹੈ ਨਾ। ਤੇ ਇਹ ਸਾਰੇ ਸਿੰਪਟਮਸ ਜਿਹੜੇ ਹੈ ਇਹ ਅਸਥਮਾ ਦੇ ਹੈ। ਬਾਰ-ਬਾਰ ਖਾਂਸੀ ਆਉਣਾ, ਰਾਤ ਨੂੰ ਵੀ ਖਾਂਸੀ ਨਾਲ ਜਾਗ ਖੁੱਲ ਜਾਂਦੀ ਹੈ ਕਈ ਵਾਰੀ, ਤੇ ਇਹ ਸਾਰੇ ਸਿੰਪਟਮਸ ਹੈ ਅਸਥਮਾ ਦੇ। ਲੇਕਿਨ ਅਸਥਮਾ ਨੂੰ ਵੀ ਲੋਕਾਂ ਨੇ ਨਾ ਇੱਕ ਹਊਆ ਬਣਾਇਆ ਹੋਇਆ ਕਿ ਅਸੀਂ ਨਾਮ ਵੀ ਜਿਵੇਂ ਡਾਕਟਰ ਨੇ ਲੈਤਾ ਨਾ ਆ ਕੇ ਮੈਨੂੰ, ਹਾਂ, ਪੇਸ਼ੈਂਟਸ ਕਹਿੰਦੇ ਕਿ ਮੈਨੂੰ ਅਸਥਮਾ ਤਾਂ ਨਹੀਂ। ਮੈਂ ਪੇਸ਼ੈਂਟਸ ਨੂੰ ਕਹਿੰਦੀ ਹਾਂ ਕਿ ਅਗਰ ਹੈ ਅਸਥਮਾ, ਈਵਨ ਦੈਨ ਅਸੀਂ ਉਸ ਚੀਜ਼ ਤੋਂ ਭੱਜ ਕਿਉਂ ਰਹੇ ਹਾਂ? ਅਸਲ 'ਚ ਭੱਜ ਇਸ ਕਰਕੇ ਰਿਹਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਕਿਸੇ ਨੂੰ ਮਾਰਚੂ ਦਾ ਬੰਦਾ ਦੱਸਣਾ ਜਾਂ ਕਿਸੇ ਨੂੰ ਬਹੁਤ ਮਾੜਾ ਬੰਦਾ ਦੱਸਣਾ ਤਾਂ ਕਹਿੰਦਾ ਦਮੇ ਦਾ ਮਰੀਜ਼ ਹੈ। ਬੇਸਿਕਲੀ ਦੇਖੋ, ਮਤਲਬ ਪਹਿਲਾਂ ਜੋ ਸਾਇੰਸ ਸੀ ਤੇ ਹੁਣ ਜੋ ਮੈਡੀਕਲ ਸਾਇੰਸ ਹੈ ਉਹਨਾਂ 'ਚ ਬਹੁਤ ਫਰਕ ਹੈ ਨਾ। ਪਹਿਲਾਂ ਬਹੁਤ ਲਿਮਿਟਿਡ ਰਿਸੋਰਸਿਸ ਸੀ, ਦਵਾਈਆਂ ਬਹੁਤ ਘੱਟ ਸੀ, ਪਹਿਲਾਂ ਇਨਫੈਕਸ਼ਨਾਂ ਨਾਲ ਲੋਕ ਜ਼ਿਆਦਾ ਮਰਦੇ ਸੀ, ਪਹਿਲਾਂ ਐਂਟੀਬਾਇਓਟਿਕਸ ਵੀ ਹੈ ਨਹੀਂ ਸੀ, ਹੈ ਨਾ। ਹੁਣ ਜਦੋਂ ਦੀ ਐਂਟੀਬਾਇਓਟਿਕਸ ਆਈਆਂ, ਇਨਫੈਕਸ਼ਨਸ ਘਟੀਆਂ ਤਾਂ ਐਲਰਜੀਕ ਕੰਪੋਨੈਂਟਸ ਥੋੜ੍ਹੇ ਜਿਹੇ ਵੱਧ ਗਏ। ਲੇਕਿਨ ਐਲਰਜੀਜ਼ ਦਾ ਵੀ ਟ੍ਰੀਟਮੈਂਟ ਹੈ। ਮਤਲਬ ਮੈਂ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਲੀਜ਼ ਅਗਰ ਤੁਹਾਨੂੰ ਐਲਰਜੀ ਹੈ, ਕੋਈ ਪ੍ਰੋਬਲਮ ਹੈ, ਤਾਂ ਇੱਦਾਂ ਨਾ ਕਰੋ ਕਿ ਅਸੀਂ ਉਹਨੂੰ ਅਵੋਇਡ ਕਰਨਾ ਹੈ। ਕਿਸੇ ਚੀਜ਼ ਨੂੰ ਅਵੋਇਡ ਕਰਨਾ ਉਹਦਾ ਸੋਲੂਸ਼ਨ ਨਹੀਂ ਹੈ ਨਾ, ਕਿਉਂਕਿ ਅਸਥਮਾ ਇੱਦਾਂ ਦੀ ਚੀਜ਼ ਹੈ ਜਿਹਨੂੰ ਅਸੀਂ ਰਿਵਰਸ ਕਰ ਸਕਦੇ ਹਾਂ। ਮਤਲਬ ਉਹਦੇ 'ਚ ਸਾਹ ਵਾਲੀ ਨਾਲੀ ਜੇ ਸੁੰਗੜ ਗਈ ਤਾਂ ਉਹਨੂੰ ਅਸੀਂ ਖੋਲ ਸਕਦੇ ਹਾਂ। ਅਗਰ ਅਸੀਂ ਉਹਨੂੰ ਨਹੀਂ ਉਹਦੇ ਲਈ ਟ੍ਰੀਟਮੈਂਟ ਲਵਾਂਗੇ ਤਾਂ ਪਰਮਾਨੈਂਟਲੀ ਸੁੰਗੜ ਜਾਏਗੀ। ਅੱਛਾ, ਆਪਾਂ ਇੱਥੇ ਆਵਾਂਗੇ ਡਾਕਟਰ ਸਾਹਿਬ। ਅਸਥਮਾ, ਐਲਰਜੀ ਤੋਂ ਅਗਲੀ ਸਟੇਜ ਜਿਹੜੀ ਅਸਥਮਾ ਹੈਗੀ ਹੈ, ਅਕਸਰ ਆਪਾਂ ਵੇਖਿਆ ਜਿਹੜਾ ਜਿਹਨੂੰ ਅਸਥਮਾ ਹੈ ਉਹਨੂੰ ਸਾਹ ਲੈਣ 'ਚ ਪ੍ਰੋਬਲਮ ਆ ਜਾਂਦੀ ਹੈ। ਅਕਸਰ ਜਿਹੜਾ ਅਟੈਕ ਹੋ ਜਾਂਦਾ, ਜਿਹੜਾ ਉਸਨੂੰ ਸਾਹ ਆਉਂਦਾ ਹੀ ਨਹੀਂ ਤੇ ਉਹਦੇ ਲਈ ਉਹਨੂੰ ਪੰਪ ਦੀ ਯੂਜ਼ ਕਰਨਾ ਪੈਂਦਾ। ਉਹ ਪੰਪ ਜਿਹੜਾ ਹੁੰਦਾ ਅੰਦਰ ਕੁਝ, ਉਹ ਕੀ ਹੁੰਦਾ ਪੰਪ ਦੇ ਵਿੱਚੋਂ, ਕੀ ਨਿਕਲਦਾ ਜਿਹੜਾ ਅੰਦਰ ਜਾਂਦਾ, ਤੇ ਜਦੋਂ ਆਪਣੇ ਕੋਲ ਪੰਪ ਨਾ ਹੋਵੇ ਤੇ ਫਿਰ ਆਪਾਂ ਕੀ ਕਰੀਏ? ਦੇਖੋ, ਜਿਹੜਾ ਜਿਹਨੂੰ ਅਸੀਂ ਆਮ ਭਾਸ਼ਾ 'ਚ ਪੰਪ ਕਹਿੰਦੇ ਹਾਂ, ਬੇਸਿਕਲੀ ਇਨਹੇਲਰ ਹੈ ਉਹ ਵੀ ਇੱਕ ਤਰ੍ਹਾਂ ਦੀ ਦਵਾਈ ਹੈ। ਜਿਵੇਂ ਅਸੀਂ ਗੋਲੀ ਖਾਂਦੇ ਹਾਂ, ਉਹ ਸਾਡੀ ਬੋਡੀ 'ਚ ਤੇ ਅਸਰ ਕਰਦੀ ਹੈ, ਉਹਦੇ ਵਿੱਚ ਵੀ ਮੈਡੀਸਨ ਹੀ ਹੈ, ਸਿਰਫ ਉਹਦਾ ਤਰੀਕਾ ਅਲੱਗ ਹੈ ਨਾ। ਜਿੱਦਾਂ ਸਾਡੇ ਕੋਈ ਸੱਟ ਲੱਗਦੀ ਹੈ, ਅਸੀਂ ਕਹਿੰਦੇ ਹਾਂ ਵੀ ਮੱਲਮ ਲਗਾ ਲਓ, ਅਗਰ ਮੱਲਮ ਨਾਲ ਠੀਕ ਹੋ ਰਿਹਾ ਤਾਂ ਸਾਨੂੰ ਦਵਾਈ ਲੈਣ ਦੀ ਲੋੜ ਨਹੀਂ, ਹੈ ਨਾ। ਉੱਦਾਂ ਹੀ ਇਨਹੇਲਰ, ਕਿ ਅਗਰ ਸਾਨੂੰ ਸਾਹ ਵਾਲੀ ਨਲੀ 'ਚ ਪ੍ਰੋਬਲਮ ਹੈ ਤਾਂ ਇਨਹੇਲਰ ਦੀ ਜਿਹੜੀ ਦਵਾਈ ਹੈ ਉਹ ਸਾਡੀ ਸਾਹ ਵਾਲੀ ਨਲੀ 'ਚ ਜਾਏਗੀ, ਕਿਉਂਕਿ ਸਾਡੇ ਸਾਹ ਨਾਲ ਹੀ ਅੰਦਰ ਜਾ ਰਹੀ ਹੈ। ਉਹ ਸਾਡੀ ਸਾਹ ਵਾਲੀ ਨਲੀ 'ਚ ਜਾ ਕੇ ਉਹਨੂੰ ਖੋਲ੍ਹੇਗੀ ਤੇ ਸਾਨੂੰ ਪੇਸ਼ੈਂਟ ਨੂੰ ਰਿਲੀਫ ਮਿਲੇਗਾ, ਹੈ ਨਾ। ਇਹਦੇ ਲਈ ਇਨਹੇਲਰ ਲਈ ਬਹੁਤ ਸਾਰੀਆਂ ਗਲਤ ਧਾਰਨਾਵਾਂ ਨੇ। ਲੋਕਾਂ ਨੂੰ ਲੱਗਦਾ ਵੀ ਇਹ ਆਖਰੀ ਦਵਾਈ ਹੈ ਜਾਂ ਇਹਦੀ ਆਦਤ ਪੈ ਜਾਏਗੀ, ਅਗਰ ਅਸੀਂ ਇੱਕ ਵਾਰੀ ਲੈਣੀ ਸ਼ੁਰੂ ਕਰ ਦਿਓ ਤਾਂ ਸਾਰੀ ਉਮਰ ਨਹੀਂ ਛੁੱਟੇਗਾ, ਹੈ ਨਾ। ਦੇਖੋ, ਅਗਰ ਨਹੀਂ ਲੈਂਦੇ ਤਾਂ ਪਰੇਸ਼ਾਨ ਹੋ, ਅਗਰ ਗੋਲੀ ਖਾ ਰਹੇ ਹੋ ਤਾਂ ਉਹਦੇ ਸਾਈਡ ਇਫੈਕਟਸ ਜ਼ਿਆਦਾ ਹੈ, ਕਿਉਂਕਿ ਪੂਰੀ ਬਾਡੀ ਤੇ ਅਸਰ ਕਰ ਰਹੀ ਹੈ ਨਾ। ਔਰ ਉਹਦੀ ਡੋਜ਼ ਵੀ ਜ਼ਿਆਦਾ ਹੈ। ਹੁਣ ਤੁਸੀਂ ਦੇਖੋ, ਇੱਕ ਗੋਲੀ 'ਚ ਡੋਜ਼ ਹਮੇਸ਼ਾ ਮਿਲੀਗ੍ਰਾਮਸ ਜਾਂ ਗ੍ਰਾਮਸ 'ਚ ਹੁੰਦੀ ਹੈ, ਤੇ ਜਿਹੜਾ ਇਨਹੇਲਰ ਉਹਦੇ 'ਚ ਡੋਜ਼ ਮਾਈਕਰੋਗ੍ਰਾਮਸ, ਮਤਲਬ ਬਿਲਕੁਲ। ਦੂਸਰਾ, ਉਹ ਦਵਾਈ ਉੱਥੇ ਜਾ ਰਹੀ ਹੈ ਜਿੱਥੇ ਸਾਨੂੰ ਚਾਹੀਦੀ ਹੈ, ਇਸ ਲਈ ਉਹਦੇ ਸਾਈਡ ਇਫੈਕਟਸ ਵੀ ਘੱਟ ਹੈ। ਪਰ ਉਹ ਦੇਖਣ ਨੂੰ ਬੁਰਾ ਲੱਗਦਾ, ਇਸ ਕਰਕੇ ਥੋੜਾ ਜਿਹਾ ਟੈਨਸ਼ਨ 'ਚ ਹੋ ਜਾਂਦਾ। ਮਤਲਬ ਐਕਚੁਅਲੀ ਲੋਕਾਂ ਨੂੰ ਲੱਗਦਾ ਐਦਾਂ ਕਿ ਪੰਪ ਲੱਗ ਗਿਆ ਤਾਂ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ, ਹੈ ਨਾ। ਅਦਰਵਾਈਜ਼ ਅਗਰ ਮੈਂ ਤੁਹਾਨੂੰ
ਤੁਹਾਨੂੰ ਦੱਸਾਂ ਤਾਂ ਪੰਪ ਤੋਂ ਵਧੀਆ ਚੀਜ਼ ਕੋਈ ਨਹੀਂ ਹੈ। ਅਗਰ ਤੁਹਾਨੂੰ ਅਸਥਮਾ ਹੈ ਤੇ ਤੁਹਾਡਾ ਅਸਥਮਾ ਸਿਰਫ ਇੱਕ ਇਨਹੇਲਰ ਨਾਲ ਕੰਟਰੋਲਡ ਹੈ ਤਾਂ ਦਿਸ ਇਜ਼ ਦੀ ਬੈਸਟ ਥਿੰਗ ਫॉर ਯੂ। ਸਾਨੂੰ ਆਪਣਾ ਇਨਹੇਲਰ ਕਦੀ ਅਵੋਇਡ ਨਹੀਂ ਕਰਨਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਮੰਨ ਲਓ ਵੀ ਆਪਣੇ ਕੋਲੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਸਾਡੇ ਕੋਲੇ ਪੰਪ ਨਹੀਂ ਹੈਗਾ ਜਾਂ ਪੰਪ ਦੀ ਦਵਾਈ ਮੁੱਕ ਗਈ ਉਹਦੇ ਵਿੱਚੋਂ ਦੀ, ਤੇ ਅਜਿਹੇ ਹਾਲਾਤਾਂ ਦੇ ਵਿੱਚ ਸਾਨੂੰ ਅਟੈਕ ਹੋ ਜਾਂਦਾ ਅਸਥਮਾ ਦਾ, ਸਾਹ ਨਹੀਂ ਆ ਰਿਹਾ, ਫਿਰ ਕੀ ਕਰੇ ਬੰਦਾ? ਦੇਖੋ, ਪਹਿਲੀ ਗੱਲ ਤਾਂ ਜਿਹੜੇ ਅਸਥਮਾ ਵਾਲੇ ਪੇਸ਼ੈਂਟਸ ਹੈ, ਮੈਂ ਉਹਨਾਂ ਨੂੰ ਸਾਰਿਆਂ ਨੂੰ ਹਮੇਸ਼ਾ ਸਮਝਾ ਕੇ ਭੇਜਦੀ ਹਾਂ, ਉਹਨਾਂ ਨੂੰ ਹਮੇਸ਼ਾ ਐਜੂਕੇਟ ਕਰਦੀ ਹਾਂ ਕਿ ਤੁਸੀਂ ਆਪਣਾ ਇਨਹੇਲਰ ਆਪਣੇ ਨਾਲ ਰੱਖਣਾ ਹੈ ਨਾ। ਪਹਿਲੀ ਗੱਲ, ਅਗਰ ਭਾਵੇਂ ਤੁਸੀਂ ਇੱਕ ਇਨਹੇਲਰ ਐਕਸਟਰਾ ਰੱਖੋ ਲੇਕਿਨ ਤੁਹਾਡੇ ਕੋਲ ਇਨਹੇਲਰ ਹੋਣਾ ਚਾਹੀਦਾ, ਕਿਉਂਕਿ ਅਗਰ ਸਡਨਲੀ ਤੁਹਾਨੂੰ ਕੋਈ ਸਪੈਜ਼ਮ ਹੋਇਆ ਤਾਂ ਇਨਹੇਲਰ ਤੋਂ ਬਿਨਾ ਸਾਡੇ ਕੋਲ ਕੋਈ ਦਵਾਈ ਨਹੀਂ ਹੋਏਗੀ। ਜਾਂ ਮੋਸਟਲੀ ਅੱਜ ਕੱਲ੍ਹ ਅਗਰ ਇਨਹੇਲਰ ਨਾਲ ਨਹੀਂ, ਜਦੋਂ ਸਾਨੂੰ ਜ਼ਿਆਦਾ ਐਗਜ਼ੈਜ਼ਰਬੇਸ਼ਨ ਹੁੰਦੀ ਹੈ, ਇਨਹੇਲਰ ਨਾਲ ਨਹੀਂ ਠੀਕ ਹੋ ਰਿਹਾ ਤਾਂ ਅਸੀਂ ਪੇਸ਼ੈਂਟਸ ਨੂੰ ਨੈਬੂਲਾਈਜ਼ ਕਰਦੇ ਹਾਂ। ਤਾਂ ਉਹ ਵੀ ਇੱਕ ਤਰੀਕਾ ਜਿਹਦੇ 'ਚ ਆਪਾਂ ਨੈਬੂਲਾਈਜ਼ਰ ਮਸ਼ੀਨ ਆਉਂਦੀ ਹੈ, ਨਾਲ ਉਹਦਾ ਮਾਸਕ ਆਉਂਦਾ, ਉਹਦੇ 'ਚ ਦਵਾਈ ਪਾ ਕੇ ਆਪਾਂ ਪੇਸ਼ੈਂਟਸ ਨੂੰ ਨੈਬੂਲਾਈਜ਼ ਕਰ ਸਕਦੇ ਹਾਂ। ਲੇਕਿਨ ਕਈ ਵਾਰੀ ਸਾਡੇ ਘਰ 'ਚ ਉਹ ਵੀ ਨਹੀਂ ਹੁੰਦੀ, ਜਾਂ ਕਿਸੇ ਪੇਸ਼ੈਂਟ ਨੂੰ ਪਤਾ ਹੀ ਨਹੀਂ ਕਿ ਮੈਨੂੰ ਦਮਾ ਹੈ, ਸਡਨਲੀ ਉਹਨੂੰ ਕਿਸੇ ਚੀਜ਼ ਤੋਂ ਐਲਰਜੀ ਹੋ ਗਈ ਤੇ ਸਡਨਲੀ ਇੱਦਾਂ ਦੀ ਪ੍ਰੋਬਲਮ ਆਈ, ਤਾਂ ਉਹਦੇ 'ਚ ਹਸਪੀਟਲ ਹੀ ਲੈ ਕੇ ਜਾਣਾ ਪਏਗਾ। ਘਰ ਦਾ ਇਲਾਜ ਨਹੀਂ ਕੰਮ ਕਰੇਗਾ, ਇਸ ਲਈ ਟਾਈਮ ਵੇਸਟ ਨਾ ਕਰੋ, ਪੇਸ਼ੈਂਟ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਓ। ਅੱਛਾ ਡਾਕਟਰ ਸਾਹਿਬ, ਇੱਕ ਆਪਾਂ ਐਲਰਜੀ ਤੋਂ ਸ਼ੁਰੂ ਕੀਤਾ ਤੇ ਦਮੇ ਤੇ ਆਪਾਂ ਆ ਗਏ, ਅੱਗੇ ਸ਼ਾਇਦ ਹੋਰ ਵੀ ਆਪਾਂ ਕੁਝ ਗੱਲ ਕਰਾਂਗੇ, ਲੇਕਿਨ ਇਹ ਦੱਸੋ ਕਿ ਐਲਰਜੀ ਦੀਆਂ ਜਿਹੜੀਆਂ ਦਵਾਈਆਂ ਨੇ, ਉਹ ਅਕਸਰ ਇਹ ਕਿਹਾ ਜਾਂਦਾ ਕਿ ਐਲਰਜੀ ਦੀਆਂ ਜਿਹੜੀਆਂ ਕੋਈ ਵੀ ਦਵਾਈ ਆਪਾਂ ਲਈ ਜਾਵਾਂਗੇ, ਨਾਲੇ ਤਾਂ ਉਹਦੀ ਡੋਜ਼ ਵੱਧਦੀ ਚਲੀ ਜਾਏਗੀ ਤੇ ਨਾਲੇ ਜਿਹੜੀ ਆ ਉਹ ਇਮਿਊਨ ਸਿਸਟਮ ਜਿਹੜਾ ਉਹ ਖਤਮ ਕਰਦੀ ਚਲੀ ਜਾਏਗੀ, ਬਾਡੀ ਦੀ ਜਿਹੜੀ ਹੈ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਕਤੀ ਆ ਉਸ ਨੂੰ ਖਤਮ ਕਰਦੀ ਚਲੀ ਜਾਏਗੀ। ਇੱਕ ਦਵਾਈ ਤੋਂ ਦੂਜੀ ਤੇ ਆਵਾਂਗੇ, ਦੂਜੀ ਤੋਂ ਤੀਜੀ ਤੇ ਆਵਾਂਗੇ, ਫਿਰ ਸਟੀਰੋਇਡਸ ਤੇ ਆ ਜਾਵਾਂਗੇ, ਹੋਰ ਉਸ ਤੋਂ ਵੱਧਦੇ ਡੋਜ਼ ਵੱਧਦੀ ਚਲੀ ਜਾਏਗੀ ਤੇ ਬਾਡੀ ਦਾ ਇਮਿਊਨ ਸਿਸਟਮ ਖਤਮ ਹੁੰਦਾ ਚਲਾ ਜਾਏਗਾ। ਬਿਲਕੁਲ। ਕੋਈ ਨੈਚੁਰਲ ਤਰੀਕਾ ਵੀ ਹੈ ਜਿਹੜਾ ਜਿਸ ਤੋਂ ਆਪਾਂ ਇਸ ਚੀਜ਼ ਨੂੰ ਜਿਹੜਾ ਉਹ ਕਰ ਸਕਦੇ ਹਾਂ ਵੀ ਦਵਾਈ ਨਾਲ ਅਵੋਇਡ ਕਰੀਏ ਤੇ ਨੈਚੁਰਲ ਤਰੀਕੇ ਦੇ ਉੱਤੇ ਆਈਏ? ਦੇਖੋ, ਨੈਚੁਰਲ ਤਰੀਕਾ ਤਾਂ ਇਹੀ ਹੈ ਕਿ ਜਿਸ ਚੀਜ਼ ਤੋਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਐਲਰਜੀ ਟੈਸਟ ਕਰਕੇ ਪਹਿਲਾਂ ਜਾਣ ਸਕਦੇ ਹਾਂ ਕਿ ਕਿਸ ਚੀਜ਼ ਤੋਂ ਐਲਰਜੀ ਹੈ। ਜੇ ਹੋਗੀ ਬੰਦੇ, ਹੈ ਨਾ, ਹਾਂ, ਜੇ ਹੋਗੀ ਤਾਂ ਆਪਾਂ ਇਹ ਜਾਣਾਂਗੇ ਪਹਿਲਾਂ ਕਿ ਕਿਸ ਪਰਟੀਕੁਲਰ ਚੀਜ਼ ਤੋਂ ਐਲਰਜੀ ਹੈ। ਜਿਵੇਂ ਕਈਆਂ ਨੂੰ ਕਿਸੇ ਫੂਡ ਪ੍ਰੋਡਕਟਸ ਤੋਂ ਹੁੰਦੀ ਹੈ, ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਾਊਸ ਡਸਟ ਮਾਈਟ ਤੋਂ ਹੈ, ਤਾਂ ਇਹਦਾ ਸਭ ਤੋਂ ਜਿਹੜਾ ਇੰਪੋਰਟੈਂਟ ਇਲਾਜ ਹੈ ਉਹ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਅਵੋਇਡ ਕਰੀਏ, ਹੈ ਨਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਕਿ ਅਗਰ ਹਾਊਸ ਡਸਟ ਮਾਈਟ ਤੋਂ ਹੈ ਤਾਂ ਬੈੱਡ ਦੇ ਕਵਰਸ ਆਉਂਦੇ ਹੈ, ਠੀਕ ਹੈ, ਜਾਂ ਜੋ ਮੈਂ ਰੂਮ 'ਚ ਚੇਂਜਿਸ ਕਰਨ ਲਈ ਤੁਹਾਨੂੰ ਕਿਹਾ, ਉਹਦੇ ਨਾਲ ਅਸੀਂ ਆਪਣਾ ਐਕਸਪੋਜਰ ਘਟਾ ਸਕਦੇ ਹਾਂ। ਪਲੱਸ ਇੱਕ ਲੇਟੈਸਟ ਥੈਰੇਪੀ ਜੋ ਹੈ ਉਹ ਹੈ ਇਮਿਊਨੋਥੈਰੇਪੀ। ਉਹਦੇ 'ਚ ਬੇਸਿਕਲੀ ਅਸੀਂ ਕੀ ਕਰਦੇ ਹਾਂ ਕਿ ਜਿਸ ਚੀਜ਼ ਤੋਂ ਐਲਰਜੀ ਹੈ ਉਹੀ ਸੇਮ ਐਲਰਜਨ ਅਸੀਂ ਪੇਸ਼ੈਂਟ ਦੀ ਬਾਡੀ ਨੂੰ ਦਿੰਦੇ ਹਾਂ, ਪਹਿਲਾਂ ਘੱਟ ਮਾਤਰਾ 'ਚ, ਫਿਰ ਹੌਲੀ ਹੌਲੀ ਉਹਦੀ ਡੋਜ਼ ਵਧਾਉਂਦੇ ਹਾਂ ਤਾਂ ਕਿ ਉਹਦੀ ਬਾਡੀ ਅਡੈਪਟ ਹੋ ਜਾਏ, ਹੈ ਨਾ। ਕਿਉਂਕਿ ਪਰਮਾਤਮਾ ਨੇ ਸਾਡੀ ਬਾਡੀ ਨੂੰ ਇੱਦਾਂ ਬਣਾਇਆ ਕਿ ਸਾਡੀ ਬਾਡੀ ਆਪਣੇ ਆਪ 'ਚ ਪਹਿਲਾਂ ਹਰ ਚੀਜ਼ ਨੂੰ ਅਡੈਪਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਬਾਡੀ ਦੀ ਲਿਮਿਟ ਤੋਂ ਬਾਹਰ ਹੋ ਜਾਂਦਾ ਹੈ ਫਿਰ ਸਾਨੂੰ ਸਿੰਪਟਮਸ ਆਉਂਦੇ ਹਨ, ਬਾਡੀ ਹੈਪਚੁਅਲ ਹੋ ਜਾਂਦੀ ਉਸ ਚੀਜ਼ ਨੂੰ ਲੈਣ ਦੀ, ਤੇ ਉਸ ਤੋਂ ਬਾਅਦ ਉਹਨੂੰ ਸਿੰਪਟਮਸ ਆਣੇ ਘਟ ਜਾਂਦੇ ਆ। ਦੇਖੋ, ਜਿਹੜੀਆਂ ਤੁਸੀਂ ਦਵਾਈਆਂ ਜਦੋਂ ਆਪਾਂ ਦਿੰਨੇ ਆ ਉਹ ਵੱਧ ਨਹੀਂ ਜਾਂਦੀ ਉਹ ਵੀ ਇੱਕ ਵਾਰ ਤਾਂ? ਨਹੀਂ, ਕਿਉਂਕਿ ਆਪਾਂ ਪਹਿਲਾਂ ਬਹੁਤ ਘੱਟ ਅਮਾਉਂਟ 'ਚ ਦਿੰਦੇ ਹਾਂ ਜੋ ਬਾਡੀ ਨੂੰ ਅਫੈਕਟ ਹੀ ਨਹੀਂ ਕਰਦੀ, ਹੈ ਨਾ। ਹੌਲੀ ਹੌਲੀ ਬਾਡੀ ਉਹਦੀ ਵੱਧਦੀ ਅਮਾਉਂਟ ਤੋਂ ਅਡੈਪਟ ਹੁੰਦੀ ਜਾਂਦੀ ਹੈ, ਰੈਜ਼ਿਸਟੈਂਸ ਬਣਾ ਲੈਂਦੀ ਹੈ। ਜਿਹੜੀ ਤੁਸੀਂ ਦੂਜੀ ਗੱਲ ਕਰ ਰਹੇ ਸੀ ਕਿ ਦਵਾਈਆਂ ਵੱਧਦੀਆਂ ਜਾਂਦੀਆਂ ਜਾਂ ਸਟੀਰੋਇਡਸ ਤੇ ਆ ਜਾਂਦੇ ਆ, ਦੇਖੋ ਦਵਾਈਆਂ ਬਿਲਕੁਲ ਸਟੀਰੋਇਡਸ ਇਹਦੇ 'ਚ ਸਾਨੂੰ ਦੇਣੇ ਪੈਂਦੇ ਆ, ਲੇਕਿਨ ਪਹਿਲਾਂ ਕਈ ਪੇਸ਼ੈਂਟ ਸਿੰਪਲ ਐਂਟੀ ਐਲਰਜਿਕਸ ਨਾਲ ਠੀਕ ਹੋ ਜਾਂਦੇ ਆ। ਕਈ ਪੇਸ਼ੈਂਟ, ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਇਨਹੇਲਰ, ਜਾਂ ਜਿਵੇਂ ਜਿਹਨੂੰ ਨੱਕ ਦੀ ਐਲਰਜੀ ਉਹਨਾਂ ਲਈ ਨੇਜ਼ਲ ਸਪਰੇ, ਜਾਂ ਜਿਨ੍ਹਾਂ ਨੂੰ ਅੱਖਾਂ ਦੀ ਐਲਰਜੀ ਉਹਨਾਂ ਲਈ ਆਈ ਡ੍ਰੌਪਸ, ਇਹ ਇੱਦਾਂ ਦੀਆਂ ਚੀਜ਼ਾਂ ਹੈ ਜਿਨ੍ਹਾਂ 'ਚ ਅਸੀਂ ਜੋ ਦਵਾਈਆਂ ਦੇਣਾ ਚਾਹੁੰਦੇ ਹਾਂ ਆਪਾਂ ਘੱਟ ਮਾਤਰਾ 'ਚ ਦੇ ਸਕਦੇ ਹਾਂ। ਸਭ ਤੋਂ ਪਹਿਲਾ ਸਟੈਪ ਸਾਡਾ ਇਹ ਹੈ ਕਿ ਅਸੀਂ ਇਹ ਡਿਵਾਈਸਿਸ ਦਈਏ, ਇਹ ਚੀਜ਼ਾਂ ਦਈਏ ਤੇ ਪੇਸ਼ੈਂਟ ਦੀ ਐਲਰਜੀ ਇਹਦੇ ਨਾਲ ਕੰਟਰੋਲ ਹੋ ਜਾਏ। ਅਗਰ ਇਹਦੇ ਨਾਲ ਕੰਟਰੋਲ ਨਹੀਂ ਹੁੰਦੀ ਤਾਂ ਫਿਰ ਅਸੀਂ ਗੋਲੀਆਂ ਤੇ ਆਉਂਦੇ ਹਾਂ। ਲੇਕਿਨ ਅਗਰ ਪੇਸ਼ੈਂਟ ਪ੍ਰੋਪਰਲੀ ਆਪਣੀ ਮੈਡੀਕੇਸ਼ਨ ਲੈਂਦਾ ਰਹੇਗਾ ਤੇ ਕੁਝ ਪ੍ਰੀਕਾਸ਼ਨਸ ਜਿਹੜੀਆਂ ਐਜ਼ ਪਰ ਪੇਸ਼ੈਂਟਸ ਐਲਰਜੀ, ਕਿਸੇ ਨੂੰ ਜਿਸ ਵੀ ਤਰ੍ਹਾਂ ਦੀ ਐਲਰਜੀ ਹੈ ਉਸ ਹਿਸਾਬ ਨਾਲ ਜੋ ਪ੍ਰੀਕਾਸ਼ਨਸ ਹੈ ਉਹ ਅਸੀਂ ਰੈਗੂਲਰ ਕਰਾਂਗੇ ਤਾਂ ਬਹੁਤ ਘੱਟ ਚਾਂਸਿਸ ਹੈ ਕਿ ਉਹਦੀ ਦਵਾਈ ਵਧੇਗੀ। ਦਵਾਈ ਉਦੋਂ ਹੀ ਵੱਧਦੀ ਹੈ ਜਦੋਂ ਅਸੀਂ ਪ੍ਰੋਪਰਲੀ ਨਹੀਂ ਲੈਂਦੇ। ਜਿਹੜੇ ਪੇਸ਼ੈਂਟਸ ਇਨਹੇਲਰਸ ਅਵੋਇਡ ਕਰਦੇ ਆ ਉਹਨਾਂ ਨੂੰ ਹੀ ਗੋਲੀਆਂ ਦੀ ਲੋੜ ਪੈਂਦੀ ਹੈ। ਜਿਹੜੇ ਪੇਸ਼ੈਂਟ ਪ੍ਰੋਪਰਲੀ ਇਨਹੇਲਰ ਲੈਂਦੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਤਾਂ ਪ੍ਰੋਬਲਮ ਇੱਥੇ ਹੀ ਹੈ ਕਿ ਅਸੀਂ ਦਵਾਈ ਉਦੋਂ ਹੀ ਲੈਂਦੇ ਹਾਂ ਜਦੋਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੈ ਤੇ ਉਦੋਂ ਤੱਕ ਬਾਡੀ 'ਚ ਡੈਮੇਜ ਇੰਨਾ ਹੋ ਚੁੱਕਿਆ ਹੁੰਦਾ ਹੈ ਕਿ ਉਹਨੂੰ ਅਸੀਂ ਰਿਵਰਸ ਨਹੀਂ ਕਰ ਸਕਦੇ। ਫਿਰ ਡਾਕਟਰ ਸਾਹਿਬ, ਬੰਦੇ ਦੇ ਅੰਦਰ ਅਲਾਮਤ ਆ ਚੁੱਕੀ ਹੈ, ਦਵਾਈਆਂ ਉਹ ਲੈ ਰਿਹਾ ਹੈ, ਦਵਾਈਆਂ ਖਾ ਕੇ ਵੀ ਕਈ ਵਾਰੀ ਕੀ ਹੁੰਦਾ ਕਿ ਇੱਕ ਦਵਾਈ ਦੀ ਵੀ ਰੈਜ਼ਿਸਟੈਂਸ ਬਣ ਜਾਂਦੀ ਹੈ ਬਾਡੀ ਦੇ ਅੰਦਰ। ਮੰਨ ਲਓ ਲੀਵੋਸੈਟਰੀਨ ਲੈ ਰਿਹਾ, ਮੰਨ ਲਓ ਸੈਟਰੀਨ ਲੈ ਰਿਹਾ, ਮੰਨ ਲਓ ਉਹ ਮੋਂਟੀਲਕਾਸ ਪਲੱਸ ਲੀਵੋਸੈਟਰੀਨ ਲੈ ਰਿਹਾ, ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹਦੀ ਬਾਡੀ ਦੇ ਅੰਦਰ ਰੈਜ਼ਿਸਟੈਂਸ ਬਣਦੀ ਚਲੀ ਜਾ ਰਹੀ ਹੈ। ਤੇ
ਕੋਈ ਨੈਚੁਰਲ ਤਰੀਕਾ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਦਵਾਈ ਜਿਹੜੀ ਹੈ ਉਹ ਨਾ ਖਾਣੀ ਪਵੇ, ਤੇ ਕੋਈ ਖਾਣੇ ਦੇ ਵਿੱਚ ਜਾਂ ਕੋਈ ਜਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹਨ ਉਹ ਲੈ ਕੇ ਹੀ ਜਿਹੜਾ ਆਪਾਂ ਇਸ ਚੀਜ਼ ਤੋਂ ਅਵੋਇਡ ਕਰੀਏ? ਦੇਖੋ ਨੈਚੁਰਲ ਤਰੀਕਾ ਤਾਂ ਸਾਰਿਆਂ ਲਈ ਉਹੀ ਜੈਨਰਲਾਈਜ਼ ਤਰੀਕਾ ਹੈ ਕਿ ਅੱਛੀ ਸਾਰੇ ਮਾਈਕਰੋ ਨਿਊਟ੍ਰੀਐਂਟ ਸਾਡੀ ਡਾਈਟ 'ਚ ਪੂਰੇ ਹੋਣ। ਮਤਲਬ ਹਰ ਸੀਜ਼ਨਲ ਸਬਜ਼ੀ ਜਾਂ ਫਰੂਟ ਖਾਓ ਜਿਹਦੇ ਨਾਲ ਉਹ ਮਾਈਕਰੋ ਤੇ ਮੈਕਰੋ ਨਿਊਟ੍ਰੀਐਂਟ ਸਾਡੀ ਬਾਡੀ ਨੂੰ ਮਿਲਣ। ਕੁਝ ਇਸ ਤਰ੍ਹਾਂ ਦੇ ਨਿਊਟ੍ਰੀਐਂਟਸ ਹੈਗੇ ਨੇ ਜਿਹੜੇ ਕਿ ਬਾਡੀ ਦੇ ਅੰਦਰ ਐਲਰਜੀ ਦੇ ਉੱਤੇ ਖਾਸ ਕਰਕੇ ਕਰਦੇ ਦੇਖੋ ਜਿਵੇਂ ਅਸਥਮਾ ਪੇਸ਼ੈਂਟਸ ਨਾ, ਮੈਂ ਤੁਹਾਨੂੰ ਪਾਰਟਿਕੂਲਰਲੀ ਦੱਸਾਂ ਕਿ ਅੱਜਕੱਲ ਵਿਟਾਮਿਨ ਡੀ ਸਾਡਾ ਸਭ ਦਾ ਘੱਟ ਹੈ। ਤੁਸੀਂ ਜਿਹਦਾ ਮਰਜ਼ੀ ਟੈਸਟ ਕਰਾ ਲਓ ਵਿਟਾਮਿਨ ਡੀ, ਹਾਂ, ਕਿਉਂਕਿ ਧੁੱਪ ਚੋਂ ਹੀ ਮਿਲਦਾ ਹੈ ਸਿਰਫ, ਹੈ ਨਾ। ਤੇ ਸਨ ਐਕਸਪੋਜ਼ਰ ਅਸੀਂ ਜ਼ਿਆਦਾ ਅੱਜਕੱਲ ਲੈਂਦੇ ਨਹੀਂ। ਸਵੇਰ ਲੇਟ ਉੱਠ ਕੇ ਜਲਦੀ ਆਪਣੇ ਆਫਿਸ ਟਾਈਮ ਤੇ ਚਲੇ ਜਾਣਾ ਤੇ ਧੁੱਪ ਦਾ ਐਕਸਪੋਜ਼ਰ ਕਿਸੇ ਨੂੰ ਹੈ ਨਹੀਂ। ਕੁਝ ਸਟੱਡੀਜ਼ ਆਈਆਂ ਜਿਨ੍ਹਾਂ ਨੇ ਕਿਹਾ ਕਿ ਵਿਟਾਮਿਨ ਡੀ ਜਿਨ੍ਹਾਂ 'ਚ ਡੈਫੀਸ਼ੀਐਂਟ ਹੁੰਦਾ ਹੈ ਉਹਨਾਂ ਦੀ ਵਿਟਾਮਿਨ ਡੀ ਦੀ ਕਮੀ ਪੂਰੀ ਕਰਨ ਨਾਲ ਵੀ ਅਸਥਮਾ ਦੀ ਸਿਵੀਅਰਟੀ ਘਟਦੀ ਹੈ, ਐਲਰਜੀ ਘਟਦੀ ਹੈ ਬਿਲਕੁਲ। ਪਲੱਸ ਉਹੀ ਇਹ ਜਿਹੜੇ ਸਾਰੇ ਐਂਟੀਆਕਸੀਡੈਂਟਸ ਹੈ ਜਿਵੇਂ ਵਿਟਾਮਿਨ ਸੀ ਹੋ ਗਿਆ ਜਾਂ ਇਹ ਸਾਰੇ ਵੀ ਐਲਰਜੀ ਨੂੰ ਘਟਾਉਣ 'ਚ ਹੈਲਪ ਕਰਦੇ ਹੈ। ਮਤਲਬ ਆਪਣੀ ਨੈਚੁਰਲ ਡਾਈਟ ਕਿਸੇ ਵੀ ਬਿਮਾਰੀ ਨਾਲ ਲੜਨ ਲਈ ਸਭ ਤੋਂ ਇੰਪੋਰਟੈਂਟ ਹੈ ਸਾਡੀ ਨੈਚੁਰਲ ਡਾਈਟ। ਤੇ ਮੰਨ ਲਓ ਵੀ ਇੱਕ ਬੰਦੇ ਦੇ ਅੰਦਰ ਆਪਾਂ ਨੇ ਡਾਈਟ ਵੀ ਦੇਣੀ ਸ਼ੁਰੂ ਕੀਤੀ ਤੇ ਉਹਨੇ ਪ੍ਰੋਪਰ ਤਰੀਕੇ ਨਾਲ ਦਵਾਈ ਵੀ ਲੈ ਲਈ ਤੇ ਉਹ ਪੰਪ ਵੀ ਲੈ ਰਿਹਾ, ਉਹ ਹਰ ਚੀਜ਼ ਕਰ ਰਿਹਾ ਤੇ ਜਿਹੜਾ ਉਹਦੀ ਦੇਖਭਾਲ ਕਰ ਰਿਹਾ ਜਾਂ ਜਿਹੜਾ ਉਹਦੇ ਆਲੇ ਦੁਆਲੇ ਆ, ਕੀ ਉਹਨੂੰ ਵੀ ਬਿਮਾਰੀ ਲੱਗਣ ਦਾ ਖਤਰਾ ਰਹਿੰਦਾ ਹੈ? ਪਹਿਲਾਂ ਦੇਖੋ ਐਲਰਜੀ ਵਾਲੀਆਂ ਪ੍ਰੋਬਲਮਸ ਜਨਰਲੀ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਛੂਤ ਵਾਲੀਆਂ ਨਹੀਂ ਹੁੰਦੀਆਂ। ਇੱਕ ਪੇਸ਼ੈਂਟ ਤੋਂ ਛਿੱਕਾਂ ਵਾਲੇ ਬੰਦੇ ਨੂੰ ਤਾਂ ਕਰਦਾ ਹੈ। ਜੇ ਉਹਨੂੰ ਇਨਫੈਕਸ਼ਨ ਕਰਕੇ ਹੈ, ਅਗਰ ਜਿਵੇਂ ਨਿਮੋਨੀਆ ਵਾਲੇ ਪੇਸ਼ੈਂਟਸ ਹੈ ਜਾਂ ਟੀਬੀ ਵਾਲੇ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਖਾਂਸੀ ਹੁੰਦੀ ਹੈ ਤਾਂ ਉਹਨਾਂ ਦੀ ਖਾਂਸੀ ਤੋਂ ਬਿਮਾਰੀ ਫੈਲਣ ਵਾਲੀ ਦੇ ਹੋਣ ਦੇ ਡਰ ਹੈ, ਕਿਉਂਕਿ ਉਹਨਾਂ ਦੀ ਖਾਂਸੀ ਨਾਲ ਜਿਹੜੇ ਕਣ ਨਿਕਲਦੇ ਆ ਉਹ ਦੂਜੇ ਨੂੰ ਇਨਫੈਕਟ ਕਰ ਸਕਦੇ ਆ। ਲੇਕਿਨ ਜਿਹੜੇ ਐਲਰਜੀ ਵਾਲੇ ਪੇਸ਼ੈਂਟਸ ਹੁੰਦੇ ਆ ਉਹਨਾਂ ਤੋਂ ਦੂਜੇ ਨੂੰ ਖਤਰਾ ਨਹੀਂ ਹੁੰਦਾ। ਜੈਨੇਟਿਕ ਵੇਰੀਏਸ਼ਨ ਹੈ, ਕਈਆਂ ਦੀ ਫੈਮਿਲੀ 'ਚ ਐਲਰਜੀ ਰਨ ਕਰਦੀ ਹੈ, ਜਿਵੇਂ ਕਿਸੇ ਦੇ ਗ੍ਰੈਂਡ ਪੈਰੈਂਟਸ ਨੂੰ ਜਾਂ ਪੈਰੈਂਟਸ ਨੂੰ ਐਲਰਜੀ ਹੈ ਤਾਂ ਉਹਨਾਂ ਬੱਚਿਆਂ 'ਚ ਕਈ ਵਾਰੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ ਐਲਰਜੀ ਹੋਣ ਦੀ। ਅੱਛਾ ਡਾਕਟਰ ਸਾਹਿਬ, ਇੱਕ ਤੁਸੀਂ ਇਹ ਤਾਂ ਦੱਸਤਾ ਕਿ ਐਲਰਜੀ ਤੋਂ ਅਗਲੀ ਸਟੇਜ ਜਿਹੜੀ ਉਹ ਦਮਾ ਹੋ ਜਾਂਦਾ, ਅਸਥਮਾ ਹੋ ਜਾਂਦਾ, ਉਸ ਤੋਂ ਅੱਗੇ ਵੀ ਕੁਝ ਹੁੰਦਾ ਜੀ? ਉਸ ਤੋਂ ਅੱਗੇ ਦੇਖੋ ਕਈ ਵਾਰੀ ਅਸਥਮਾ ਇੰਨੀ ਸੀਵੀਅਰ ਫਾਰਮ ਲੈ ਲੈਂਦਾ ਕਿ ਪੇਸ਼ੈਂਟ ਨੂੰ ਕਈ ਵਾਰੀ ਪੇਸ਼ੈਂਟ ਆਈਸੀਯੂ ਤੱਕ ਵੀ ਪਹੁੰਚ ਜਾਂਦਾ ਜਾਂ ਵੈਂਟੀਲੇਟਰ ਤੱਕ ਵੀ ਪਹੁੰਚ ਜਾਂਦਾ। ਬਿਲਕੁਲ ਹੋ ਸਕਦੀ ਹੈ ਸਰ ਡੈਥ। ਤੁਸੀਂ ਦੇਖੋ ਕਈ ਕੇਸਿਸ ਆਪਾਂ ਸੁਣੇ ਹੋਣੇ ਕਿ ਕਿਸੇ ਨੂੰ ਕਈ ਵਾਰੀ ਭਰਿੰਡ ਵੀ ਲੜ ਗਈ, ਉਹਦੇ ਨਾਲ ਵੀ ਸਡਨਲੀ ਪੇਸ਼ੈਂਟ ਦੀ ਡੈਥ ਹੋ ਸਕਦੀ ਹੈ। ਬਿਲਕੁਲ, ਜੇ ਗਲੇ ਦੇ ਇੱਥੇ ਲੜ ਜਾਏ ਤਾਂ ਸੋਜਾ ਨਹੀਂ, ਗਲ ਕਿਤੇ ਵੀ ਲੜੇ ਕਿਤੇ ਉਹਨੂੰ ਅਸੀਂ ਕਹਿੰਦੇ ਆ ਐਨਾਫਾਈਲੈਕਟਿਕ ਸ਼ੌਕ। ਮਤਲਬ ਸਡਨਲੀ ਇੱਥੇ ਸਾਡੀ ਜਿਹੜੀ ਸਾਹ ਵਾਲੀ ਮਸਲ ਹੁੰਦੀ ਹੈ ਨਾ, ਜਿਹਨੂੰ ਅਸੀਂ ਲੈਰਿੰਜੀਅਲ ਐਡੀਮਾ ਕਹਿੰਦੇ ਆ, ਉਹ ਸੁੱਜ ਜਾਂਦੀ ਹੈ ਤੇ ਬੰਦ ਹੋ ਜਾਂਦੀ ਹੈ, ਪੇਸ਼ੈਂਟ ਨੂੰ ਸਾਹ ਆਉਣਾ ਬੰਦ ਹੋ ਜਾਂਦਾ ਹੈ ਨਾ। ਇਸੇ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਕਿਸੇ ਨੂੰ ਵੀ ਜਿਹੜਾ ਅਕਿਊਟ ਐਲਰਜੀਕ ਅਟੈਕ ਹੁੰਦਾ ਹੈ ਉਹਦੇ ਲਈ ਆਪਾਂ ਘਰ 'ਚ ਇਲਾਜ ਨਹੀਂ ਕਰ ਸਕਦੇ, ਉਹਦੇ ਲਈ ਇਮੀਡੀਏਟਲੀ ਹਸਪੀਟਲ ਹੀ ਲੈ ਕੇ ਜਾਣਾ ਪਏਗਾ। ਅੱਛਾ, ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਫੇਰ ਦੱਸ ਦਈਏ, ਭਰਿੰਡ ਜਾਂ ਕੋਈ ਵੀ ਚੀਜ਼ ਆਪਾਂ ਨੂੰ ਕੀਟ ਪਤੰਗਾ ਕੋਈ ਵੀ ਲੜਦਾ ਹੈਗਾ ਤੇ ਉਹ ਐਲਰਜੀ ਵਾਲੇ ਪੇਸ਼ੈਂਟ ਨੂੰ ਉਹਦੇ ਵਾਸਤੇ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਉਹ ਜ਼ਰੂਰੀ ਨਹੀਂ ਹੈਗਾ ਕਿ ਉਹਦੇ ਨਾਲ ਸਿਰਫ ਆਪਾਂ ਕੜਾ ਰਗੜ ਦਈਏ ਤੇ ਲੋਹਾ ਰਗੜ ਦਈਏ ਤੇ ਉੱਤੇ ਤੇਲ ਰਗੜ ਦਈਏ ਤੇ ਉਹਦੇ ਨਾਲ ਹੀ ਠੀਕ ਹੋ ਜਾਣਾ, ਜਾਂ ਕੋਈ ਮਾੜੀ ਮੋਟੀ ਲਿਵੋਸਟਰੀਨ ਜਾਂ ਸਿਟਰੀਨ ਲੈ ਕੇ ਉਹਦੇ ਨਾਲ ਠੀਕ ਹੋ ਜਾਏਗਾ। ਉਹਦੇ ਲਈ ਜਿਹੜਾ ਡਾਕਟਰ ਸਾਹਿਬ ਜਿਹੜਾ ਤਰੀਕਾ ਦੱਸ ਰਹੇ ਨੇ ਉਹ ਸਭ ਤੋਂ ਕਾਰਗਰ ਹੈ। ਡਾਕਟਰ ਸਾਹਿਬ, ਕਿਤੇ ਵੀ ਸਰੀਰ ਦੇ ਅੰਦਰ ਹਿੱਸੇ ਦੇ ਉੱਤੇ ਕੀਟ ਪਤੰਗਾ ਲੜ ਜੇ ਤੇ ਉਹ ਜਿਹੜਾ ਸਵੈਲਿੰਗ ਜਿਹੜੀ ਉਹ ਸਾਹ ਦੀ ਨਾਲੀ ਦੇ ਉੱਤੇ ਆ ਜਾਂਦੀ ਹੋ ਸਕਦੀ ਹੈ। ਦੇਖੋ ਸਾਹ ਵਾਲੀ ਨਾਲੀ ਤੇ ਜਿਹੜੀ ਸਵੈਲਿੰਗ ਆਣੀ ਹੈ ਉਹ ਜਿਹੜੀ ਬਾਡੀ ਨੇ ਉਹਦੇ ਜਦੋਂ ਉਹਨੇ ਇੰਜੈਕਟ ਕੀਤਾ ਆਪਣਾ ਟੌਕਸਿਨ ਆਪਣੀ ਬਾਡੀ 'ਚ, ਬਾਡੀ ਦਾ ਰਿਐਕਸ਼ਨ ਉਸ ਟੌਕਸਿਨ ਨੂੰ ਹੈ ਤੇ ਉਹ ਟੌਕਸਿਨ ਨੇ ਸਾਡੀ ਸਾਹ ਵਾਲੀ ਨਲੀ ਤੇ ਇਫੈਕਟ ਕਰਨਾ ਹੈ ਨਾ, ਜਿਹਦੇ ਕਰਕੇ ਸਾਹ ਵਾਲੀ ਨਲੀ ਸੁੱਜ ਜਾਂਦੀ ਹੈ ਤੇ ਪੇਸ਼ੈਂਟ ਦਾ ਸਾਹ ਸਡਨਲੀ ਬੰਦ ਹੋ ਜਾਂਦਾ ਹੈ। ਤਾਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ, ਸਪੈਸ਼ਲੀ ਐਲਰਜੀ ਵਾਲੇ ਪੇਸ਼ੈਂਟਸ ਨੇ। ਦੂਜਾ ਇਹ ਹੈ ਕਿ ਐਲਰਜੀ ਵਾਲੇ ਪੇਸ਼ੈਂਟਸ ਜਿਹੜੇ ਵੀ ਅਸਥਮਾ ਵਾਲੇ ਪੇਸ਼ੈਂਟਸ ਹੈ, ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਡਾਕਟਰ ਕੋਲ ਆਪਣਾ ਰੈਗੂਲਰ ਚੈੱਕਅਪ ਕਰਾਓ। ਸਪੈਸ਼ਲੀ ਜਦੋਂ ਸੀਜ਼ਨ ਚੇਂਜ ਹੁੰਦਾ ਹੈ, ਜਦੋਂ ਤੁਹਾਨੂੰ ਪਤਾ ਹੈ ਕਿ ਹਰ ਸਾਲ ਤੁਸੀਂ ਇਸ ਚੀਜ਼ ਨਾਲ ਅਫੈਕਟ ਹੁੰਦੇ ਹੋ, ਤਾਂ ਆਪਣਾ ਇਨਹੇਲਰ ਜਾਂ ਆਪਣੀ ਮੈਡੀਕੇਸ਼ਨ ਪ੍ਰੋਪਰਲੀ ਸਟਾਰਟ ਕਰੋ। ਔਰ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣਾ ਇਨਹੇਲਰ ਦੀ ਡੋਜ਼ ਕਦੋਂ ਵਧਾਉਣੀ ਹੈ, ਕਦੋਂ ਘਟਾਉਣੀ ਹੈ, ਤੇ ਤੁਹਾਡਾ ਇਨਹੇਲਰ ਹਰ ਵਕਤ ਤੁਹਾਡੇ ਨਾਲ ਹੋਣਾ ਚਾਹੀਦਾ। ਡਾਕਟਰ ਸਾਹਿਬ, ਇਹਦੀ ਠੀਕ ਹੋਣ ਦੀ ਉਮੀਦ ਹੈ ਜੀ ਕਦੇ ਜ਼ਿੰਦਗੀ ਦੇ ਵਿੱਚ ਬੰਦੇ ਦੀ? ਸਰ ਦੇਖੋ ਐਲਰਜੀ ਉਹੀ ਗੱਲ ਹੈ, ਕਈ ਪੇਸ਼ੈਂਟਸ ਨੂੰ ਇੱਕ ਵਾਰੀ ਹੋਇਆ ਤਾਂ 2-2 ਸਾਲ ਕੋਈ ਦਿੱਕਤ ਨਹੀਂ ਆਉਂਦੀ ਹੈ ਨਾ, ਕਈ ਪੇਸ਼ੈਂਟਸ ਨੂੰ ਹਰ ਸਾਲ ਪ੍ਰੋਬਲਮ ਆਉਂਦੀ ਹੈ। ਲੇਕਿਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹੁਣ ਕਾਫੀ ਐਡਵਾਂਸਮੈਂਟਸ ਆ ਚੁੱਕੀਆਂ ਨੇ, ਬਹੁਤ ਸਾਰੀਆਂ ਐਲਰਜੀਜ਼ ਇੱਦਾਂ ਦੀਆਂ ਹੈ ਜਿਨ੍ਹਾਂ ਨੂੰ ਆਪਾਂ ਪਰਮਾਨੈਂਟਲੀ ਕਿਉਰ ਕਰ ਸਕਦੇ ਹਾਂ। ਇੱਕ ਤਾਂ ਇਹੀ ਅਵੋਇਡੈਂਸ ਮੈਜਰਸ ਨਾਲ, ਜਿਵੇਂ ਮੈਂ ਤੁਹਾਨੂੰ ਬੈੱਡ ਕਵਰਸ ਦੱਸੇ, ਜਾਂ ਦੂਸਰਾ ਹੈ ਇਮਿਊਨੋਥੈਰੇਪੀ ਜਿਹਨੂੰ ਅਸੀਂ ਡੀਸੈਂਸਿਟਾਈਜੇਸ਼ਨ ਕਹਿੰਦੇ ਹਾਂ। ਇੱਕ ਹੋਰ ਵੀ ਸਾਡੇ ਕੋਲ ਐਂਟੀ IgE ਡਰੱਗਸ ਹੈ ਜਿਹਨਾਂ ਨੂੰ ਅਸੀਂ ਹਰ ਮਹੀਨੇ ਉਹਦਾ ਇੰਜੈਕਸ਼ਨ ਇੰਜੈਕਟ ਹੁੰਦਾ ਹੈ, ਜਿਹਦੇ ਨਾਲ ਪੇਸ਼ੈਂਟ ਦੀ ਸਿਵੀਅਰਟੀ ਨੂੰ ਘਟਾਇਆ ਜਾ ਸਕਦਾ ਤੇ ਪੇਸ਼ੈਂਟ ਦੇ ਸਿੰਪਟਮਸ ਨੂੰ ਘਟਾਇਆ ਜਾ ਸਕਦਾ। ਮਤਲਬ ਹੁਣ ਬਹੁਤ ਤਰ੍ਹਾਂ ਦੀਆਂ ਥੈਰੇਪੀਜ਼ ਹੈ ਜਿਨ੍ਹਾਂ ਨਾਲ ਅਸੀਂ ਐਲਰਜੀ ਨੂੰ ਪਰਮਾਨੈਂਟਲੀ ਖਤਮ ਕਰ ਸਕਦੇ ਹਾਂ। ਡਾਕਟਰ ਸਾਹਿਬ,
ਇੱਕ ਅਕਸਰ ਕਈ ਪੈਥੀਆਂ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਦੁੱਧ ਜਿਹੜਾ ਹੈਗਾ ਉਹ ਰੈਸਪੀਰੇਟਰੀ ਸਿਸਟਮ ਨੂੰ ਜਿਹੜਾ ਉਹ ਕਾਫੀ ਇਫੈਕਟ ਕਰਦਾ ਹੈ, ਤੇ ਜੇ ਆਪਾਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਨੂੰ ਅਵੋਇਡ ਕਰ ਦਈਏ ਤੇ ਉਹ ਚੀਜ਼ਾਂ ਜਿਹੜੀਆਂ ਇਹ ਜਿਹੜੇ ਐਲਰਜੀ ਦੇ ਅਟੈਕ ਨੇ ਇਹ ਜਿਹੜੇ ਇਹ ਕਾਫੀ ਘਟ ਸਕਦੇ ਨੇ, ਆਪਾਂ ਨੂੰ ਸ਼ਾਇਦ ਇਹਦੇ ਤੋਂ ਨਿਜਾਤ ਵੀ ਮਿਲ ਸਕਦੀ ਹੈ। ਕਿੰਨੀ ਕੁ ਸੱਚਾਈ ਇਹਦੇ ਵਿੱਚ? ਦੇਖੋ ਇਹ ਵੀ ਇੱਕ ਕਾਮਨ ਮਿਥ ਹੈ ਨਾ। ਹੁਣ ਜਿਵੇਂ ਤੁਸੀਂ ਕਿਹਾ ਸੀ ਨਾ ਕਿ ਦਮੇ ਵਾਲਾ ਮਰੀਜ਼ ਕਮਜ਼ੋਰ ਜਿਹਾ ਹੈ ਨਾ, ਉਹ ਕਿਉਂ ਹੁੰਦਾ ਹੈ ਕਮਜ਼ੋਰ? ਇਸੇ ਲਈ ਹੁੰਦਾ ਕਿ ਅਸੀਂ ਉਹਦਾ ਖਾਣਾ ਪੀਣਾ ਬੰਦ ਕਰ ਦਿੰਦੇ ਹਾਂ। ਮੇਰੇ ਕੋਲ ਕਿੰਨੇ ਪੇਰੈਂਟਸ ਆਉਂਦੇ ਬੱਚਿਆਂ ਨੂੰ ਲੈ ਕੇ ਕਿ ਜੀ ਅਸੀਂ ਇਹਨੂੰ ਚਾਕਲੇਟ ਵੀ ਨਹੀਂ ਦਿੰਦੇ, ਅਸੀਂ ਇਹਨੂੰ ਦੁੱਧ ਵੀ ਨਹੀਂ ਦਿੰਦੇ, ਅਸੀਂ ਇਹਨੂੰ ਦਹੀਂ ਵੀ ਨਹੀਂ ਦਿੰਦੇ, ਹੈ ਨਾ। ਉਹਦੇ ਕਰਕੇ ਬੱਚੇ ਹੋਰ ਵੀਕ ਹੁੰਦੇ ਚਲੇ ਜਾਂਦੇ ਆ। ਮਤਲਬ ਡਾਈਟ ਤੁਸੀਂ ਕਿਵੇਂ ਕੰਪਰੋਮਾਈਜ਼ ਕਰ ਸਕਦੇ ਹੋ? ਆਲਰੇਡੀ ਕੋਈ ਪੇਸ਼ੈਂਟ ਅਫੈਕਟਡ ਹੈ ਤੇ ਅਸੀਂ ਉਹਦੀ ਡਾਈਟ ਕੰਪਰੋਮਾਈਜ਼ ਕਰੀਏ ਤਾਂ ਫਿਰ ਉਹਨੇ ਲੀਨ ਐਂਡ ਥਿਨ ਨਹੀਂ ਹੋਣਾ। ਇੱਦਾਂ ਹੀ ਅਸਥਮਾ ਵਾਲੇ ਪੇਸ਼ੈਂਟਸ ਦੀ ਗੱਲ ਹੈ। ਮਤਲਬ ਇਹ ਇੱਕ ਕਾਮਨ ਮਿਥ ਹੈ ਸਿਰਫ, ਇਹਦੇ 'ਚ ਕੋਈ ਮਤਲਬ ਦੁੱਧ ਦਾ ਜਾਂ ਦਹੀਂ ਦਾ ਕੋਈ ਰਿਲੇਸ਼ਨ ਨਹੀਂ ਹੈ। ਦਹੀਂ ਤੁਸੀਂ ਖਾ ਸਕਦੇ ਹੋ, ਸਿਰਫ ਇਹ ਹੈ ਕਿ ਉਹ ਜ਼ਿਆਦਾ ਠੰਡੀ ਨਹੀਂ ਹੋਣੀ ਚਾਹੀਦੀ, ਉਹਦਾ ਟੈਂਪਰੇਚਰ ਨਾਰਮਲ ਹੋਣਾ ਚਾਹੀਦਾ ਹੈ ਤੇ ਖੱਟੀ ਨਾ ਹੋਵੇ, ਕਿਉਂਕਿ ਠੰਡੀ ਤੇ ਖੱਟੀ ਚੀਜ਼ ਕਈ ਵਾਰੀ ਤੁਹਾਡੇ ਗਲੇ ਨੂੰ ਸਡਨਲੀ ਇਫੈਕਟ ਕਰਦੀ ਹੈ ਤੇ ਤੁਸੀਂ ਇਹ ਪ੍ਰੋਬਲਮ 'ਚ ਆ ਜਾਂਦੇ ਹੋ। ਅਦਰਵਾਈਜ਼ ਦੁੱਧ 'ਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਅਗਰ ਤੁਹਾਨੂੰ ਰੇਸ਼ਾ ਹੈ ਜਾਂ ਖਾਂਸੀ ਹੈ ਤਾਂ ਤੁਸੀਂ ਦੁੱਧ ਨਹੀਂ ਪੀਣਾ। ਡਾਕਟਰ ਸਾਹਿਬ, ਠੰਡੀ, ਖੱਟੀ, ਗਰਮ ਤੇ ਜਿਹੜਾ ਕੌੜੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਕੀ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਐਲਰਜੀ ਦੇ ਉੱਤੇ ਇਫੈਕਟ ਕਰਦੀਆਂ ਜਾਂ ਫਿਰ ਇੱਕ ਇਕੱਲੀ ਪਰਟੀਕੁਲਰ ਦੁੱਧ ਤੇ ਦਹੀਂ ਦੇ ਮਾਮਲੇ? ਦੇਖੋ ਇਹ ਚੀਜ਼ਾਂ ਨਾ, ਇਹਨਾਂ ਚੀਜ਼ਾਂ ਦਾ ਕੀ ਹੈ ਕਿ ਕੋਈ ਵੀ ਖੱਟੀ ਚੀਜ਼ ਜਾਂ ਠੰਡੀ ਚੀਜ਼, ਮਤਲਬ ਇਹ ਉਵੇਂ ਇਹਨਾਂ ਦਾ ਐਲਰਜਨ ਦਾ ਮੈਕੈਨਿਜ਼ਮ ਡਿਫਰੈਂਟ ਹੈ। ਇਹ ਇਰੀਟੈਂਟ ਬਿਹੇਵ ਕਰਦੇ ਆ, ਮਤਲਬ ਇਹ ਨਹੀਂ ਹੈ ਕਿ ਐਲਰਜੀਕ ਰਿਐਕਸ਼ਨ ਪ੍ਰੋਡਿਊਸ ਕਰਦੇ ਆ, ਹੈ ਨਾ। ਇਹਨਾਂ ਦੀ ਜਿਵੇਂ ਮਿਰਚ ਹੈ, ਮਿਰਚ ਨਾਲ ਸਿਰਫ ਸਾਨੂੰ ਇਰੀਟੇਸ਼ਨ ਹੁੰਦੀ ਹੈ, ਐਦਾਂ ਹੀ ਠੰਡੀ ਚੀਜ਼ ਨਾਲ ਗਲੇ ਨੂੰ ਇਰੀਟੇਸ਼ਨ ਹੁੰਦੀ ਹੈ, ਜਿਹਦੇ ਕਰਕੇ ਕਈ ਵਾਰੀ ਅਸਥਮਾ ਅਟੈਕ ਐਗਜ਼ੈਜ਼ਰਬੇਟ ਹੋ ਜਾਂਦਾ ਹੈ। ਅਦਰਵਾਈਜ਼ ਇਹਨਾਂ ਦਾ ਕੋਈ ਐਲਰਜੀਕ ਰੋਲ ਨਹੀਂ ਹੈ। ਤੇ ਤੁਸੀਂ ਜਾਂਦੇ ਸਾਡੇ ਦਰਸ਼ਕਾਂ ਨੂੰ ਜਿਹੜੇ ਐਲਰਜੀ ਤੋਂ ਕਾਫੀ ਜ਼ਿਆਦਾ ਪੀੜਿਤ ਨੇ, ਲੰਮੇ ਸਮੇਂ ਤੋਂ ਪੀੜਿਤ ਨੇ, ਜਾਂਦੇ ਇੱਕ ਐਕਸਪਰਟ ਐਡਵਾਈਸ ਕੀ ਦੇਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਇਕੱਲੀ ਐਲਰਜੀ ਦੀ ਗੱਲ ਨਹੀਂ ਹੈ। ਕੋਈ ਵੀ ਬਿਮਾਰੀ ਅਗਰ ਸਾਨੂੰ ਹੈ, ਸਾਨੂੰ ਉਹਦੇ ਲਈ ਐਕਸੈਪਟੈਂਸ ਬਹੁਤ ਜ਼ਰੂਰੀ ਹੈ ਕਿ ਅਗਰ ਸਾਨੂੰ ਹੈ ਤਾਂ ਸਾਨੂੰ ਉਹਦਾ ਟ੍ਰੀਟਮੈਂਟ ਕਰਾਉਣਾ ਪਏਗਾ। ਦੂਜੀ ਗੱਲ, ਪਹਿਲਾਂ ਜੋ ਆਪਾਂ ਕਹਿੰਦੇ ਸੀ ਕਿ ਐਲਰਜੀ ਅੱਲਾ ਦੀ ਮਰਜ਼ੀ, ਅਗਰ ਹੈ ਤਾਂ ਸ਼ਾਇਦ ਨਹੀਂ ਜਾਏਗਾ, ਤਾਂ ਇੱਦਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਆਪਣਾ ਐਲਰਜੀ ਟੈਸਟ ਕਰਾ ਕੇ ਸਾਨੂੰ ਅਗਰ ਪਤਾ ਚੱਲਦਾ ਕਿ ਕਿਸ ਚੀਜ਼ ਤੋਂ ਹੈ ਤਾਂ ਕੁਝ ਪਰਟੀਕੂਲਰ ਐਲਰਜੀਜ਼ ਹੈ ਜਿਨ੍ਹਾਂ ਦਾ ਅਸੀਂ ਇਲਾਜ ਕਰ ਸਕਦੇ ਹਾਂ। ਸਭ ਤੋਂ ਇੰਪੋਰਟੈਂਟ ਗੱਲ ਕਿ ਅਗਰ ਤੁਸੀਂ ਇਨਹੇਲਰਸ ਲੈ ਰਹੇ ਹੋ ਅਸਥਮਾ ਲਈ ਤਾਂ ਪਲੀਜ਼ ਉਹਨੂੰ ਅਵੋਇਡ ਨਾ ਕਰੋ। ਆਪਣੇ ਇਨਹੇਲਰਸ ਰੈਗੂਲਰਲੀ ਲਓ। ਇਨਹੇਲਰ ਰੈਗੂਲਰਲੀ ਲਓਗੇ ਤਾਂ ਤੁਹਾਨੂੰ ਉਸ ਤੋਂ ਬਾਅਦ ਦੀਆਂ ਦਵਾਈਆਂ ਦੀ ਜ਼ਰੂਰਤ ਨਹੀਂ ਪਏਗੀ। ਸਭ ਇਨਹੇਲਰ ਵੀ ਕੁਝ ਪਰਟੀਕੁਲਰ ਜਿਹੜਾ ਵਧੀਆ ਘਟੀਆ ਜਾਂ ਉਸ ਉਹਦਾਂ ਦੇ ਵੀ ਹੁੰਦੇ ਨੇ ਕਿ ਕੋਈ ਵੀ ਲੈ ਸਕਦਾ? ਇਨਹੇਲਰ ਡਿਫਰੈਂਟ ਅੱਜਕੱਲ ਡਿਵਾਈਸਿਸ ਦਾ ਡਿਫਰੈਂਟ ਡਿਵਾਈਸਿਸ ਹੈ। ਕੁਝ ਪੇਸ਼ੈਂਟ ਕਿਸੇ ਪਰਟੀਕੂਲਰ ਡਿਵਾਈਸ ਨੂੰ ਪ੍ਰੋਪਰਲੀ ਲੈ ਸਕਦੇ ਨੇ, ਕੁਝ ਪੇਸ਼ੈਂਟ ਦੂਜੇ ਡਿਵਾਈਸ ਨੂੰ ਲੈ ਸਕਦੇ ਆ। ਉਹ ਪੇਸ਼ੈਂਟ ਦੇ ਹਿਸਾਬ ਨਾਲ ਹੈ ਨਾ। ਦੂਜਾ ਇਹ ਹੈ ਕਿ ਕੁਝ ਦਵਾਈਆਂ ਦੀ ਮਾਤਰਾ ਵੀ ਉਹਨਾਂ 'ਚ ਡਿਫਰੈਂਟ ਹੁੰਦੀ ਹੈ। ਬੱਚਿਆਂ ਦੇ ਹਿਸਾਬ ਨਾਲ ਘੱਟ ਡੋਜ਼ ਹੁੰਦੀ ਹੈ, ਬਜ਼ੁਰਗਾਂ ਬੜਿਆਂ ਦੇ ਹਿਸਾਬ ਨਾਲ ਜ਼ਿਆਦਾ ਡੋਜ਼, ਤੇ ਕੁਝ ਡਿਫਰੈਂਟ ਜਿਵੇਂ ਸਟੀਰੋਇਡਸ ਦੇ ਵੀ ਡਿਫਰੈਂਟ ਫਾਰਮਸ ਹੈ, ਤਾਂ ਉਹਦੇ ਹਿਸਾਬ ਨਾਲ ਉਹਦੀ ਵੇਰੀ ਕਰਦੀ ਹੈ। ਅਦਰਵਾਈਜ਼ ਮੋਸਟਲੀ ਡਿਵਾਈਸਿਸ ਉਹ ਪੇਸ਼ੈਂਟ ਦੇ ਲੈਣ 'ਤੇ ਹੈ। ਜਿਹੜਾ ਪੇਸ਼ੈਂਟ ਜਿਹੜਾ ਡਿਵਾਈਸ ਸਹੀ ਤਰੀਕੇ ਨਾਲ ਲੈ ਸਕਦਾ ਉਹਦੇ ਲਈ ਉਹੀ ਬੈਸਟ ਹੈ। ਸੋ ਤੁਹਾਡਾ ਸਿਹਤ ਸੁਧਾਰ ਨਾਲ ਗੱਲਬਾਤ ਕਰਨ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਇਹ ਸਨ ਡਾਕਟਰ ਬਿੰਦੂ ਗੁਪਤਾ, ਜਿਨ੍ਹਾਂ ਨੇ ਸਾਨੂੰ ਬੜੇ ਵਿਸਥਾਰ ਦੇ ਨਾਲ ਉਹ ਗੱਲ ਸਮਝਾਈ ਹੈ ਕਿ ਐਲਰਜੀ ਰੱਬ ਦੀ ਮਰਜ਼ੀ ਕਿਸ ਹੱਦ ਤੱਕ ਸੱਚ ਹੈ, ਤੇ ਜੇਕਰ ਇਹ ਸੱਚ ਹੈ ਤਾਂ ਉਹਦੇ ਲਈ ਆਪਾਂ ਨੂੰ ਕਿਹੜੀਆਂ ਸਾਵਧਾਨੀਆਂ ਕਰਨ ਦੀ ਲੋੜ ਹੈ, ਕਿਸ ਤਰੀਕੇ ਆਪਾਂ ਆਪਣੇ ਸਰੀਰ ਨੂੰ ਸਹੀ ਰੱਖ ਸਕਦੇ ਹਾਂ, ਐਲਰਜੀ ਤੋਂ ਬਚਾ ਸਕਦੇ ਹਾਂ, ਕਿਹੜੀਆਂ ਦਵਾਈਆਂ ਲੈਣੀਆਂ ਚਾਹੀਦੀਆਂ ਨੇ, ਕਿਹੜੀਆਂ ਦਵਾਈਆਂ ਸਾਨੂੰ ਉਸ ਤੋਂ ਪਰਹੇਜ਼ ਕਰਨਾ ਚਾਹੀਦੀਆਂ। ਜੇਕਰ ਕੋਈ ਇਨਹੇਲਰ ਲੈ ਰਿਹਾ ਹੈ ਤਾਂ ਉਸ ਨੂੰ ਕਿਸ ਹੱਦ ਤੱਕ ਲੈਣਾ ਚਾਹੀਦਾ, ਕਿਸ ਹੱਦ ਤੱਕ ਉਸ ਮਾਮਲੇ ਦੇ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਖਾਣ ਪੀਣ ਦਾ ਸਾਨੂੰ ਕਿਸ ਤਰੀਕੇ ਧਿਆਨ ਰੱਖਣਾ ਹੈਗਾ। ਦੁੱਧ, ਦਹੀਂ, ਇਹਦੇ ਬਾਰੇ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ, ਉਹਦੇ ਬਾਰੇ ਜਿਹੜੇ ਡਾਕਟਰ ਸਾਹਿਬ ਦੀ ਕੀ ਰਾਏ ਹੈ, ਉਹ ਐਕਸਪਰਟ ਰਾਏ ਕੀ ਕਹਿੰਦੀ ਹੈਗੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਤੁਹਾਡੇ ਸਾਹਮਣੇ ਐਕਸਪਰਟ ਰਾਏ ਦੇ ਤੌਰ ਤੇ ਰੱਖੀਆਂ ਗਈਆਂ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।